ਦੋਸਤਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਜਿਹੜੀ ਲੜੀ ਸ਼ੁਰੂ ਕੀਤੀ ਹੈ हेलो आ रही आवाज मेरी ठीक? जी आवाज हाँ ठीक जी, है? हाँ जी, ठीक है जी। अच्छा, ਤੇ ਆਪਾਂ ਜਿਹੜੀ ਲੜੀ ਸ਼ੁਰੂ ਕੀਤੀ ਹੈ ਟ੍ਰੇਨਿੰਗ ਦੀ, ਇਹਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਜਿਸ ਟ੍ਰੇਨਿੰਗ ਦੀ ਆਪਾਂ ਕੱਲ ਜਿਹੜੀ ਪਹਿਲਾਂ ਕਰ ਚੁੱਕੇ ਸੀ, ਪਿਛਲੀ ਵਾਰੀ ਕੀਤੀ ਸੀ ਆਪਾਂ ਨੇ ਕਿ ਕਿਵੇਂ ਜਿਹੜੇ 7 ਖਾਣੇ ਨੇ ਆਪਾਂ ਪਲਾਨ ਕਰਨੇ ਆ। ਉਹ 7 ਖਾਣਿਆਂ ਦੇ ਵਿੱਚ ਪਲੈਨਿੰਗ ਦੇ ਆਪਾਂ ਕਾਫੀ ਗੱਲਾਂ ਕੀਤੀਆਂ ਸੀ ਕਿ ਕੀ ਨਹੀਂ ਖਾਣਾ ਵਰਜਿਤ ਹੈ ਤੇ ਕੀ ਖਾਣਾ ਹੈ। ਉਹਦੀ ਗੱਲ ਵੀ ਆਪਾਂ ਅੱਜ ਫਿਰ ਇੱਕ ਦੋ ਵਾਰੀ ਫਿਰ ਕਰਾਂਗੇ, ਕਿਉਂਕਿ ਇੱਥੇ ਇਹਨਾਂ 7 ਖਾਣਿਆਂ ਤੇ ਸਾਰੀ ਗੱਲ ਖੜੀ ਹੈ। ਜੇ 7 ਖਾਣੇ ਠੀਕ ਢੰਗ ਨਾਲ ਆਪਾਂ ਪਹਿਲਾਂ ਤਾਂ ਪਲਾਨ ਕਰਕੇ ਜਿਹੜਾ ਸੰਬੰਧਿਤ ਮਰੀਜ਼ ਹੈ ਜਾਂ ਵਿਅਕਤੀ ਹੈ ਉਹਨੂੰ ਸਮਝਾ ਸਕੀਏ ਤੇ ਫਿਰ ਉਹ ਵਿਅਕਤੀ ਆਪਣੇ ਪੱਧਰ ਤੇ ਜਾ ਕੇ ਉਹਨੂੰ ਲਾਗੂ ਕਰ ਸਕੇ। ਉਹਦਾ ਲਾਗੂ ਕਰਨਾ ਜਿਹੜਾ ਇਸ ਗੱਲ ਤੇ ਬਹੁਤ ਵੱਡਾ ਨਿਰਭਰ ਹੈ ਕਿ ਆਪਾਂ ਨੂੰ ਕਿੱਦਾਂ ਦਾ ਸਮਝਾਇਆ। ਮੈਂ ਦੇਖਿਆ ਕਿ ਬਹੁਤ ਵਾਰੀ ਸਾਡੇ ਸਮਝਾਉਣ 'ਚ ਨੁਕਸ ਰਹਿ ਜਾਂਦਾ ਤੇ ਫਿਰ ਉਹ ਅੱਗੇ ਜਾ ਕੇ ਲਾਗੂ ਹੋਣ 'ਚ ਕੁਦਰਤੀ ਗੱਲ ਉਹ ਨੁਕਸ ਰਹੇਗਾ ਹੀ ਰਹੇਗਾ। ਜੇ ਸਮਝਾਉਣ 'ਚ ਨੁਕਸ ਨਾ ਰਹੇ ਤਾਂ ਲਾਗੂ ਕਰਨ 'ਚ ਨੁਕਸ ਨਹੀਂ ਰਹਿੰਦਾ। ਲੇਕਿਨ ਉਸ ਤੋਂ ਪਹਿਲਾਂ ਮੈਂ ਸਮਝ ਰਿਹਾ ਕਿ 5-7 ਮਿੰਟ ਇਸ ਗੱਲ ਤੇ ਲਾਉਣਾ ਬਹੁਤ ਜ਼ਰੂਰੀ ਨੇ, ਜਿਹੜਾ ਮੈਨੂੰ ਵਾਰ-ਵਾਰ ਖਤਰਾ ਮਹਿਸੂਸ ਹੁੰਦਾ ਕਿ ਬਹੁਤ ਸਾਰੇ ਦੋਸਤ ਜਿਹੜੇ ਨੇ ਕਿਉਂਕਿ ਸਾਡੇ ਸਮਾਜ ਦੇ ਅੰਦਰ ਇੱਕ ਅਜੀਬ ਕਿਸਮ ਦਾ ਵਰਤਾਰਾ ਹੈ ਕਿ ਅਸੀਂ ਵਿਅਕਤੀਆਂ ਨੂੰ ਗੁਰੂ ਬਣਾ ਦਿੰਦੇ ਹਾਂ, ਫਿਰ ਗੁਰੂ ਪ੍ਰਤੀ ਸ਼ਰਧਾ ਰੱਖਣ ਲੱਗ ਜਾਂਦੇ ਆ। ਜਦੋਂ ਸ਼ਰਧਾ ਰੱਖਣ ਲੱਗ ਜਾਂਦੇ ਆ ਤਾਂ ਫਿਰ ਉਹ ਵਿਗਿਆਨ ਜਿਹੜਾ ਉਹ ਪਿੱਛੇ ਰਹਿ ਜਾਂਦਾ। ਤਾਂ ਹੀ ਸਾਡੇ ਸਿੱਖ ਧਰਮ ਦੇ ਅੰਦਰ ਜਿਹੜੀ ਹੈ ਉਹ ਅੱਜ ਤੁਸੀਂ ਹੁਣ ਲੇਟੈਸਟ ਸੁਣੀ ਹੋਣੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਬੁੱਤ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਦਿੱਲੀ 'ਚ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਾ ਕੀਤਾ ਕਿ ਨਹੀਂ ਲਾਉਣਾ ਸੀ। ਤੇ ਸਿੱਖ ਧਰਮ ਦੇ ਅੰਦਰ ਬੁੱਤ ਪੂਜਾ ਜਿਹੜੀ ਹੈ, ਬੁੱਤ ਲਾਉਣ ਦੀ ਮਨਾਹੀ ਹੈ। ਇਹ ਜਿਹੜੀ ਇੱਕ ਸਾਡੇ ਸਮਾਜ ਦੇ ਅੰਦਰ ਸਾਡੇ ਰਵਾਇਤੀ ਰਵਾਇਤ ਹੈ ਕਿ ਬਿਨਾਂ ਸਮਝੇ ਗੱਲ ਨੂੰ, ਬਿਨਾਂ ਉਹਦੇ ਪਿੱਛੇ ਜਿਹੜਾ ਵਿਗਿਆਨ ਹੈ ਉਹਨੂੰ ਸਮਝੇ, ਬਿਨਾਂ ਉਸ ਗੱਲ ਦਾ ਤੱਤ ਰੂਪ 'ਚ ਸਮਝੇ, ਉਸ ਗੱਲ ਨੂੰ ਮੰਨ ਲੈਣਾ ਸ਼ਰਧਾ 'ਚ, ਤੇ ਫਿਰ ਜਿਸ ਗੱਲ ਜਿਹੜਾ ਬੰਦਾ ਉਹ ਗੱਲ ਕਹਿ ਰਿਹਾ ਉਹਦੇ ਪ੍ਰਤੀ ਇੰਨੀ ਸ਼ਰਧਾ ਬਣਾ ਲੈਣੀ ਜਾਂ ਐਸਾ ਇੱਕ ਅਡੰਬਰ ਖੜਾ ਕਰ ਦੇਣਾ ਕਿ ਉਹ ਬੰਦਾ ਵੀ ਕੋਈ ਕਿਸਮ ਦਾ ਸਾਧ ਬਣ ਜਾਏ ਜਾਂ ਕੋਈ ਗੁਰੂ ਬਣ ਜਾਏ ਜਾਂ ਕੋਈ ਇੱਦਾਂ ਦਾ ਉਹਦਾ ਜਿਹੜਾ ਇਮੇਜ ਪ੍ਰੋਜੈਕਟ ਕਰਨਾ। ਇਹ ਉਸ ਬੰਦੇ ਦੀ ਈਗੋ ਨੂੰ ਤਾਂ ਪੱਠੇ ਪੈ ਸਕਦੇ ਆ, ਲੇਕਿਨ ਇਹਦੇ 'ਚ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਕਿ ਜਿਹੜਾ ਵਿਗਿਆਨਕ ਮਨ ਹੈ। ਵਿਗਿਆਨਕ ਮਨ ਕੌਣ ਹੁੰਦਾ? ਵਿਗਿਆਨਕ ਮਨ ਉਹ ਹੁੰਦਾ ਕਿ ਜਿਹੜਾ ਚੀਜ਼ਾਂ ਨੂੰ ਸਮਝੇ ਬਿਨਾਂ ਮੰਨਦਾ ਨਹੀਂ। ਦਲੀਲ ਦਿੰਦਾ ਕਿ ਮੈਨੂੰ ਉਹਦਾ ਤਰਕ ਸਮਝਾਓ, ਮੈਂ ਨਹੀਂ ਮੰਨਦਾ। ਸ਼ਰਧਾ ਨਹੀਂ, ਤਰਕ। ਕਿ ਕਿਉਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਾਡਾ ਜਿਹੜਾ ਸਿਸਟਮ ਹੈ ਇਹ ਬਿਹਤਰ ਹੈ। ਕਿਉਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਮੁੱਖ ਧਾਰਾ ਮੈਡੀਕਲ ਪ੍ਰੋਫੈਸ਼ਨ ਹੈ ਉਹਦੇ ਅੰਦਰ ਜਿਹੜਾ ਦਵਾਈਆਂ ਦੇਣ ਦਾ ਤੇ ਸਰਜਰੀਆਂ ਕਰਨ ਦਾ ਚਲਨ ਜਿਹੜਾ ਜਾਂ ਹਸਪਤਾਲਾਂ ਦਾ ਚਲਨ ਜਿਹੜਾ ਠੀਕ ਨਹੀਂ ਹੈ, ਉਹਦੇ ਅੰਦਰ ਵਿਗਿਆਨ ਹੈ। ਤੇ ਉਹ ਵਿਗਿਆਨ ਕੀ ਆ? ਉਹ ਕਿਉਂਕਿ ਨਹੀਂ ਤਾਂ ਇੱਕ ਬਹੁਤ ਵੱਡਾ ਡਰ ਹੈ, ਬਹੁਤ ਵੱਡੀ ਇੱਕ ਸ਼ੰਕਾ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ ਜੋੜ ਕੇ ਅਸੀਂ ਉਹਨੂੰ ਕਹਾਂਗੇ ਕਿ ਵੀ ਉਹ ਵਿਅਕਤੀ ਵਿਸ਼ੇਸ਼ ਦੀ ਸ਼ਾਇਦ ਹੱਥ ਦੀ ਸਫਾਈ ਹੈ ਜਾਂ ਉਹਦੇ ਅੰਦਰ ਕੋਈ ਐਸਾ ਗੁਣ ਹੈ, ਐਸਾ ਕੋਈ ਉਹਨੂੰ ਰੱਬੀ ਇਲਾਹੀ ਕੋਈ ਇਨਾਮ ਹੋ ਗਿਆ ਤੇ ਉਹ ਲੋਕਾਂ ਨੂੰ ਠੀਕ ਕਰਨ ਦੇ ਸਮਰਥ ਹੋ ਗਿਆ। ਐਸਾ ਕੁਛ ਨਹੀਂ ਹੈ, ਐਸਾ ਕੁਛ ਨਹੀਂ ਹੈ। ਔਰ ਐਸਾ ਜਿਹੜੇ ਵੀ ਦੋਸਤ ਸੁਣ ਰਹੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਕਿਸਮ ਦੀ ਕੋਈ ਗਲਤਫਹਿਮੀ ਨਾ ਪਾਲਣੀ ਹੈ ਤੇ ਨਾ ਇਸ ਗਲਤਫਹਿਮੀ ਨੂੰ ਅੱਗੇ ਵਧਣ ਫੁੱਲਣ ਦੇਣਾ, ਕਿਉਂਕਿ ਉਹਦੇ ਨਾਲ ਕੀ ਹੋਏਗਾ ਕਿ ਲੰਬੇ ਸਮੇਂ ਤੱਕ ਸਾਡਾ ਕਾਜ਼ ਹੈ ਉਹਨੂੰ ਬਹੁਤ ਨੁਕਸਾਨ ਹੋਏਗਾ। ਕਿਉਂਕਿ ਲੋਕ ਫਿਰ ਉਸ ਵਿਅਕਤੀ ਵੱਲ ਹੀ ਦੇਖੀ ਜਾਂਦੇ ਆ ਵੀ ਉਹ ਕੁਝ ਕਹਿ ਦੇਵੇ, ਉਹ ਕੁਝ ਦੱਸ ਦੇਵੇ, ਉਹ ਕੁਝ ਹੱਥ ਫੇਰ ਦੇਵੇ।
ਤੇ ਅਸੀਂ ਆਪ ਨਾ ਸਿੱਖੋਗੇ। ਸਾਇੰਸ ਹੈ ਤਾਂ ਫਿਰ ਸਾਇੰਸ ਉਹ ਹੁੰਦੀ ਹੈ, ਵਿਗਿਆਨ ਉਹ ਹੁੰਦਾ ਕਿ ਜਿਹੜਾ ਇੱਕ ਬੰਦੇ ਨੇ ਕਰਤਾ, ਇੱਕ ਬੰਦੇ ਨੇ ਦੱਸਤਾ, तो कोई भी ਦੂਜਾ ਕਰੇਗਾ ਉਹ ਵੀ ਸੇਮ ਰਿਜ਼ਲਟ ਆਉਣਗੇ। ਇਹ ਨਹੀਂ ਹੈ ਕਿ ਮੈਂ ਕਹੂੰਗਾ ਤਾਂ ਰਿਜ਼ਲਟ ਵੱਧ ਆਉਣਗੇ ਤੇ ਜੇ ਕੋਈ ਦੂਜਾ ਬੰਦਾ ਕਰੇਗਾ ਤਾਂ ਉਹਦੇ ਰਿਜ਼ਲਟ ਘੱਟ ਆਉਣਗੇ। ਨਾ, ਇਦਾਂ ਨਹੀਂ ਹੁੰਦਾ। ਵਿਗਿਆਨ ਦਾ ਮਤਲਬ ਇਹ ਹੁੰਦਾ, ਉਹ ਕਹਿੰਦੇ ਆ ਡੁਪਲੀਕੇਟ ਕਰਨਾ ਕਿਸੇ ਸਿਸਟਮ ਨੂੰ। ਜੇ ਮੈਂ ਦੱਸਦਾ ਕਿ ਵਿਗਿਆਨਿਕ ਤੌਰ ਤੇ ਆਹ ਚੀਜ਼ ਕਰਕੇ ਇਦਾਂ ਦੇ ਰਿਜ਼ਲਟ ਆਉਂਦੇ ਆ, ਤਾਂ ਮੈਂ ਕਰੂੰਗਾ ਤਾਂ ਵੀ ਉਹੀ ਰਿਜ਼ਲਟ ਆਉਣਗੇ। ਜੇ ਕੋਈ ABCD ਕੋਈ ਵੀ ਕਰੇਗਾ ਤਾਂ ਤੁਸੀਂ ਵੀ ਜਦੋਂ ਕਰੋਗੇ ਸੇਮ ਰਿਜ਼ਲਟ ਆਉਣਗੇ। ਵਿਗਿਆਨ ਇਹ ਹੈ। ਸਿਰਫ ਜਾਣਨਾ ਜ਼ਰੂਰੀ ਹੈ, ਗਿਆਨ ਜ਼ਰੂਰੀ ਹੈ। ਉਹ ਗਿਆਨ ਦਾ ਆਧਾਰ ਕੀ ਹੈ, ਕਿਉਂ ਅਸੀਂ ਕਹਿੰਦੇ ਹਾਂ ਕਿ ਅਸੀਂ ਮਿੱਤਰ ਹਾਂ, ਇਹ ਨੁਕਤਾ ਸਮਝਣਾ ਬੇਹੱਦ ਜ਼ਰੂਰੀ ਹੈ, ਬੇਹੱਦ ਜ਼ਰੂਰੀ ਹੈ। ਇਹਦੇ ਬਿਨਾਂ ਮੇਰਾ ਜੀ ਨਹੀਂ ਕਰ ਰਿਹਾ ਕਿ ਮੈਂ ਜਦ ਤੱਕ ਇਸ ਗੱਲ ਦੀ ਤਸੱਲੀ ਨਹੀਂ ਹੋ ਜਾਂਦੀ ਕਿ ਇਦਾਂ ਦਾ ਕੋਈ ਗਲਤੀ ਨਹੀਂ ਹੋਏਗੀ ਸਾਥੋਂ, ਅਸੀਂ ਇੱਕ ਇਦਾਂ ਦਾ ਬਣਾ ਦਈਏ ਕਿਤੇ ਕਿਸੇ ਇੱਕ ਬੰਦੇ ਦੀ ਇਹ ਕਾਰੀਗਰੀ ਹੈ। ऐसा कुछ नहीं है। एक विज्ञान है, विज्ञान का बस फर्क नहीं हो सकता। एक बंदे 4 दिन पहला समझ आ गया, उन्हें दूजे दसिया, दूजे 4 दिन बाद समझ आ जाएगा। बस फर्क इतना ही है, बस इस तो बाद कोई फर्क नहीं है। तो ये वो विज्ञान केड़ा है, ये वो केड़ा विज्ञान ਨੂੰ ਅਸੀਂ ਨਗੇਟ ਕਰਦੇ ਹਾਂ, ਕਿਹੜੇ ਵਿਗਿਆਨ ਨੂੰ ਅਸੀਂ ਰਿਜੈਕਟ ਕਰਦੇ ਹਾਂ। ਉਹ ਹੈ 2 ਲਫ਼ਜ਼ ਨੇ, ਜਿਹਨੂੰ ਯਾਦ ਰੱਖਣਾ। ਉਹਦਾ ਪੰਜਾਬੀ 'ਚ ਬਹੁਤ ਵਧੀਆ ਬਦਲ ਨਹੀਂ ਮੈਨੂੰ ਮਿਲ ਰਿਹਾ ਕੋਈ ਵੀ। ਇੱਕ ਹੈ ਹੋਲਿਜ਼ਮ, ਹੋਲ, WHOLE ਵਾਲਾ ਹੋਲ, HOLE ਵਾਲਾ ਹੋਲ ਨਹੀਂ, ਹੋਲੀ ਵਾਲਾ ਹੋਲ ਨਹੀਂ। ਹੋਲੀ ਦਾ ਮਤਲਬ ਹੁੰਦਾ ਪਵਿੱਤਰ, ਧਾਰਮਿਕ। WHOLE ਵਾਲਾ ਹੋਲ ਹੁੰਦਾ ਮੈਂ ਪੂਰਨ, ਪੂਰਾ, ਪੂਰਾ ਹੋਲ, ਹੋਲਿਜ਼ਮ। ਹੋਲਿਜ਼ਮ ਲਿਖਣ ਲੱਗਿਆ ਉਹਦਾ W ਕੱਟ ਦਿੰਦੇ ਆ, ਲੇਕਿਨ ਉਹਦੇ ਪਿੱਛੇ ਬਹੁਤ ਵੱਡਾ ਰਿਸਕ ਹੈ ਕਿ ਉਹ ਕਿਤੇ ਕੋਈ ਇਹ ਨਾ ਸਮਝ ਲਵੇ ਕਿ ਇਹ ਜਿਹੜਾ ਹੋਲਿਜ਼ਮ HOLISM ਹੈਗਾ, ਹੋਲਿਜ਼ਮ ਹੈ, ਇਹ ਕਿਤੇ ਹੋਲੀ ਤੋਂ ਆਇਆ। ਹੋਲੀ ਬਣੇ ਪਵਿੱਤਰ, ਜਿਵੇਂ ਧਾਰਮਿਕ ਬੰਦੇ ਤੁਸੀਂ ਕਹਿ ਰਹੇ ਵੀ ਹੋਲੀ ਪਰਸਨ ਹੈ। ਤਾਂ ਹੋਲਿਜ਼ਮ ਵਰਸਸ ਇਹਨੂੰ ਰਿਜੈਕਟ ਕਰ ਰਹੇ ਅਸੀਂ ਰਿਡਕਸ਼ਨਿਜ਼ਮ। ਰਿਡਕਸ਼ਨਿਜ਼ਮ ਅੰਗਰੇਜ਼ੀ ਦੇ 2 ਲਫ਼ਜ਼ ਨੇ, ਹੋਲਿਜ਼ਮ ਵਰਸਸ ਰਿਡਕਸ਼ਨਿਜ਼ਮ। ਪੂਰਨਤਾ ਵਰਸਸ ਅਪੂਰਨਤਾ, ਟੁੱਟਵੀਂ ਚੀਜ਼ ਤੋੜ ਕੇ ਦੇਖਣਾ, ਉਹ ਅਸੀਂ ਕਹਾਂਗੇ ਪੂਰਨ। ਕਿਸੇ ਹਿੱਸੇ ਦੀ ਸਮਝ, ਜਿਸ ਤਰ੍ਹਾਂ ਦੀ ਬਹੁਤ ਪੁਰਾਤਨ ਹੈ ਜਿਹੜੀ ਅਕਸਰ ਅਸੀਂ ਸਕੂਲ ਤੋਂ ਪੜ੍ਹਦੇ ਸੀਗੇ ਕਿ ਐਲੀਫੈਂਟ ਐਂਡ ਦਾ 5 ਬਲਾਈਂਡ ਮੈਨ, ਸਭ ਨੇ ਕਹਾਣੀ ਪੜ੍ਹੀ ਹੋਣੀ ਹੈ। ਇਹ ਹਾਥੀ ਤੇ 5 ਅੰਨੇ, ਉਹ ਇੱਕ ਉਦਾਹਰਨ ਸੀ, ਕਹਾਣੀ ਸੀਗੀ ਕਿ 5 ਅੰਨਿਆਂ ਨੂੰ ਉਹਨਾਂ ਦੇ ਗੁਰੂ ਨੇ ਪੁੱਛ ਲਿਆ ਵੀ ਹਾਥੀ ਕਿਹੋ ਜਿਹਾ ਹੁੰਦਾ। ਉਹ ਕਹਿੰਦੇ ਜੀ ਦੇਖ ਕੇ ਦੱਸਦੇ ਆ। ਉਹ ਇੱਕ ਬੰਦੇ ਦੇ ਹੱਥ 'ਚ ਲੱਤ ਆ ਗਈ, ਉਹਨੇ ਵੱਖਰਾ ਕਹਿਤਾ ਥੰਮਲਾ ਹੈ। ਇੱਕ ਬੰਦੇ ਦੇ ਹੱਥ 'ਚ ਸੁੰਡ ਆ ਗਈ, ਉਹ ਕਹਿੰਦਾ ਜੀ ਪਾਈਪ ਵਰਗਾ। ਇੱਕ ਬੰਦੇ ਦੇ ਹੱਥ 'ਚ ਪੂਛ ਆ ਗਈ, ਕਹਿੰਦਾ ਜੀ ਨਹੀਂ ਡਾਂਗ ਵਰਗਾ। ਇੱਕ ਬੰਦੇ ਦੇ ਹੱਥ 'ਚ ਕੰਨ ਆ ਗਿਆ, ਉਹ ਕਹਿੰਦਾ ਜੀ ਨਹੀਂ ਪੱਖੇ ਵਰਗਾ। ਦੂਜੇ ਦੇ ਢਿੱਡ ਤੇ ਹੱਥ ਲੱਗ ਰਿਹਾ, ਕਹਿੰਦਾ ਨਹੀਂ ਕੰਧ ਵਰਗਾ। ਉਹ ਇੱਕ ਬਚਪਨ ਸਕੂਲ ਬੱਚੇ ਨੂੰ ਸਮਝਾਉਣ ਵਾਸਤੇ ਉਦਾਹਰਨ ਸੀਗੀ ਕਿ ਅੱਡ ਹਿੱਸਿਆਂ ਨੂੰ ਦੇਖ ਕੇ, ਅੱਡ ਹਿੱਸੇ ਨੂੰ ਸਮਝ ਕੇ ਹੋਲ ਸਮਝ ਨਹੀਂ ਆਉਂਦਾ, ਪੂਰਨ ਸਮਝ ਨਹੀਂ ਆਉਂਦਾ। ਪੂਰਨ ਬਿਲਕੁਲ ਵੱਖਰਾ ਹੁੰਦਾ ਹੈ। ਪੁਰਜਿਆਂ ਦਾ ਮੈਥੇਮੈਟੀਕਲ ਜੋੜ ਹੋਲ ਨਹੀਂ ਹੁੰਦਾ, ਪੂਰਨ ਨਹੀਂ ਹੁੰਦਾ। ਜੇ ਕਿਸੇ ਚੀਜ਼ 'ਚ 5 ਪੁਰਜੇ ਹੈ ਤਾਂ 1 + 2 + 3 + 4 + 5 ਉਹ ਪੂਰਾ ਨਹੀਂ ਹੈ। ਉਹ ਜਦੋਂ ਪੂਰਾ ਤਾਂ ਕੁਝ ਡਿਫਰੈਂਟ, ਵੱਖਰੀ ਚੀਜ਼ ਆ। ਇਹ ਜੀਵਤ ਚੀਜ਼ਾਂ ਦੇ ਉੱਪਰ ਬਹੁਤ ਜ਼ਿਆਦਾ ਲਾਗੂ ਹੁੰਦਾ ਹੈ, ਵੈਸੇ ਮਸ਼ੀਨ ਤੇ ਵੀ ਲਾਗੂ ਹੁੰਦਾ। ਕਾਰ ਦੇ ਪੁਰਜਿਆਂ, ਕਾਰ ਜਿਹੜੀ ਹੈ ਕਾਰ ਦੇ ਪੁਰਜਿਆਂ ਦਾ ਸਮੂਹ ਹੈ। ਕਾਰ ਦੇ ਪੁਰਜੇ ਜਦੋਂ ਇੱਕ ਯੂਨੀਸਨ 'ਚ ਇਕੱਠੇ ਕੰਮ ਕਰਦੇ ਆ, ਉਹ ਕਾਰ ਹੈ, ਚੱਲਦੀ ਹੋਵੇ। ਤੇ ਜੀਵਨ ਦੇ ਅੰਦਰ ਜਾ ਕੇ ਤਾਂ ਉਹ ਬਹੁਤ ਹੀ ਵੱਖਰੀ ਚੀਜ਼ ਹੈ, ਬਹੁਤ ਹੀ ਵੱਖਰੀ ਚੀਜ਼ ਹੈ। So whole is not the sum total of its parts. It may be altogether different. ਉਹਦਾ ਬਿਲਕੁਲ ਵੱਖਰਾਪਨ ਹੋਵੇਗਾ। ਹੋਲਿਜ਼ਮ ਵਰਸਸ ਰਿਡਕਸ਼ਨਿਜ਼ਮ। ਹੁਣ ਇੱਕ ਇਹਦੀਆਂ ਉਦਾਹਰਨਾਂ ਜਿਹੜੀਆਂ ਨੇ, ਇਹਦੀਆਂ ਉਦਾਹਰਨਾਂ 2-4 ਲੈ ਕੇ ਆਪਾਂ ਗੱਲ ਕਲੀਅਰ ਕਰ ਲਈਏ, ਕਿਉਂਕਿ ਇਹ ਸਮਝਣੀ ਬੇਹੱਦ ਜ਼ਰੂਰੀ ਹੈ ਕਿ ਅਸੀਂ ਕਿਉਂ, ਸਾਡੇ ਕੋਲੇ
ਸਾਡੇ ਕੋਲੇ ਕਿਹੜੀ ਗੱਲ ਜਿਹੜੀ ਕਿਹੜੀ ਗਿੱਦੜ ਸਿੰਘ ਹੀ ਹੈ ਜਿਹਦੇ ਸਿਰ ਤੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਤੁਹਾਡੇ ਨਾਲੋਂ ਵੱਧ ਸੱਚ ਦੇ ਨੇੜੇ ਹਾਂ। ਉਹ ਗਿੱਦੜ ਸਿੰਘੀ ਕਿਹੜੀ ਹੈ? ਉਹ ਗਿੱਦੜ ਸਿੰਘੀ ਆਹੀ ਹੈ ਬਸ, ਕਿ ਜਿਹੜਾ ਸਾਡਾ ਜਿਹਨੂੰ ਅਸੀਂ ਰਿਜੈਕਟ ਕਰ ਰਹੇ ਹਾਂ ਉਹਨੇ ਪੁਰਜਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉਹਨੇ ਹੋਲ ਨੂੰ ਨਹੀਂ ਸਮਝਿਆ। ਸਾਡੇ ਸਾਹਮਣੇ ਉਦਾਹਰਨਾਂ ਨੇ, ਅਨੇਕਾਂ ਉਦਾਹਰਨਾਂ ਨੇ, ਇੱਕ ਉਦਾਹਰਨ ਨਹੀਂ ਹੈ। ਜਿਵੇਂ ਹਾਥੀ ਤੇ ਪੰਜ ਅੰਨਿਆਂ ਦੀ ਉਦਾਹਰਨ ਹੈ, ਇੱਦਾਂ ਹੀ ਤੁਸੀਂ ਡਾਕਟਰਾਂ ਕੋਲ ਚਲੇ ਜਾਓ, ਤੁਸੀਂ ਈਐਨਟੀ ਵਾਲੇ ਕੋਲ ਜਾਓਗੇ ਤਾਂ ਈਐਨਟੀ ਵਾਲੇ ਮੰਨ ਲਓ ਮਰੀਜ਼ ਨੇ ਜਾ ਕੇ ਕਹਿਤਾ ਵੀ ਮੈਨੂੰ ਭਾਜੀ ਖੰਘ ਹੋਈ ਪਈ ਆ, ਈਐਨਟੀ ਵਾਲਾ ਤੁਹਾਡਾ ਗਲਾ ਦੇਖੇਗਾ, ਉਸ ਦਾ ਨੱਕ ਵੀ ਦੇਖ ਲਵੇ, ਉਸ ਦਾ ਕੰਨ ਵੀ ਦੇਖ ਲਵੇ, ਬਸ ਉਹ ਤੁਹਾਨੂੰ ਦਵਾਈ ਲਿਖ ਕੇ ਦੇ ਦੇਗਾ। ਲੇਕਿਨ ਖੰਘ ਤਾਂ ਜ਼ਰੂਰੀ ਨਹੀਂ ਵੀ ਈਐਨਟੀ ਕਰਕੇ ਹੋਵੇਗੀ, ਖੰਘ ਤਾਂ ਫੇਫੜਿਆਂ ਕਰਕੇ ਵੀ ਹੋ ਸਕਦੀ ਹੈ, ਖੰਘ ਤਾਂ ਬੀਪੀ ਜ਼ਿਆਦਾ ਵਾਲੇ ਦੀ ਵੀ ਹੁੰਦੀ ਹੋ ਸਕਦੀ ਹੈ, ਖੰਘ ਤਾਂ ਹਾਰਟ ਦੇ ਮਰੀਜ਼ ਨੂੰ ਵੀ ਹੋ ਸਕਦੀ ਹੈ। ਲੇਕਿਨ ਈਐਨਟੀ ਵਾਲੇ ਡਾਕਟਰ ਕੋਲ ਤਾਂ ਸਟੈਥੋਸਕੋਪ ਨਹੀਂ ਹੈ ਫੇਫੜੇ ਦੇਖਣ ਵਾਲਾ, ਈਐਨਟੀ ਵਾਲੇ ਡਾਕਟਰ ਕੋਲ ਕੋਈ ਸਟੈਥੋਸਕੋਪ ਨਹੀਂ ਫੇਫੜੇ ਦੇਖਣ ਵਾਲਾ, ਲੇਕਿਨ ਦਵਾਈ ਲਿਖ ਦੇਗਾ। ਉਹ ਕੀ ਕਰ ਰਿਹਾ? ਉਹ ਰਿਡਕਸ਼ਨਿਸਟ ਸਾਇੰਸ ਹੈ ਕਿ ਉਹ ਆਪਣੀ ਸਪੈਸ਼ਲਾਈਜੇਸ਼ਨ ਨੂੰ ਲੈ ਕੇ ਉੱਥੇ ਹੀ ਸਾਰੀ ਗੱਲ ਨੂੰ ਸਪਲਾਈ ਕਰਕੇ ਉਹਨੇ ਹੱਲ ਦੇ ਦਿੱਤਾ। ਹੁਣ ਤੁਸੀਂ ਉਸੇ ਮਰੀਜ਼ ਨੂੰ ਮੈਡੀਸਨ ਵਾਲੇ ਕੋਲ ਲੈ ਜਾਓ, ਮੈਡੀਸਨ ਵਾਲਾ ਛਾਤੀ ਦੇਖੇਗਾ ਤੇ ਕਹਿ ਦੇਗਾ ਵੀ ਇਹ ਤਾਂ ਜੀ ਦਮਾ ਨੂੰ ਜਾਂ ਜੋ ਵੀ ਛਾਤੀ ਦੀ ਸਮੱਸਿਆ ਹੈ। ਮੈਡੀਸਨ ਵਾਲੇ ਬੰਦੇ ਕੋਲੇ ਨਾ ਤਾਂ ਟਾਰਚ ਹੈ, ਨਾ ਉਹਦੇ ਕੋਲੇ ਜੀਭ ਦੱਬਣ ਵਾਲਾ ਗਲਾ ਦੇਖਣ ਦਾ ਕੋਈ ਸਿਸਟਮ ਹੈ। ਉਹਨੇ ਗਲਾ ਨਹੀਂ ਦੇਖਿਆ, ਉਹਨੇ ਜੀਭ ਨਹੀਂ ਦੱਬ ਕੇ ਦੇਖੀ, ਉਹਨੇ ਮੂੰਹ ਲਵਾ ਕੇ ਦੇਖਿਆ, ਉਹਨੇ ਸਟੈਥੋਸਕੋਪ ਲਾਇਆ। ਮੇਰੇ ਨਾਲ ਤਾਂ ਪ੍ਰੈਕਟੀਕਲੀ ਅਨੇਕਾਂ ਵਾਰੀ ਵਾਪਰ ਚੁੱਕਿਆ, ਤੇ ਉਹ ਤੁਹਾਨੂੰ ਉਹ ਦਵਾਈ ਲਿਖ ਕੇ ਦੇ ਦੇਗਾ। ਹੁਣ ਸਪੋਜ਼ ਤੁਸੀਂ ਇੱਕ ਮਰੀਜ਼ ਨੂੰ ਦੋਨੋਂ ਥਾਵਾਂ ਤੇ ਲੈ ਗਏ, ਪਹਿਲਾਂ ਈਐਨਟੀ ਵਾਲੇ ਕੋਲ ਲੈ ਗਏ, ਫਿਰ ਮੈਡੀਸਨ ਵਾਲੇ ਕੋਲ ਲੈ ਗਏ, ਦੋਨੋਂ ਨੇ ਅਲੱਗ-ਅਲੱਗ ਦਵਾਈ ਲਿਖ ਦੇਣੀ। ਹੁਣ ਤੁਸੀਂ ਕੀ ਕਰੋਗੇ? ਉਹਦਾ ਰੋਜ਼ ਮਰੀਜ਼ ਇਹੋ ਜਿਹੀ ਖੱਜਲ ਖੁਆਰੀ ਚ ਪੈਂਦੇ ਆ। ਕਿਉਂ? ਕਿਉਂਕਿ ਸਾਇੰਸ ਇਹ ਸਾਇੰਸ ਹੈ ਰਿਡਕਸ਼ਨਿਸਟ ਸਾਇੰਸ। ਉਹਦਾ ਹੱਲ ਕੀ ਹੈ? ਜਿਹੜਾ ਪੱਛਮੀ ਮੁਲਕਾਂ 'ਚ ਕਰ ਰਹੇ ਹੁਣ ਉਹ ਕਹਿੰਦੇ ਫੈਮਿਲੀ ਮੈਡੀਸਨ ਵਾਲੇ ਡਾਕਟਰ ਕੋਲ ਜਾਓ, ਫੈਮਿਲੀ ਮੈਡੀਸਨ ਵਾਲੇ ਡਾਕਟਰ ਨੂੰ ਸਾਰਾ ਕੁਝ ਸਿਖਾਇਆ ਕਿ ਖੰਘ ਜਿਹੜੀ ਹੈ ਇਹਨਾਂ ਕਾਰਨਾਂ ਕਰਕੇ ਉਹਦੀ ਸਾਰਿਆਂ ਨੂੰ ਚੈੱਕ ਕਰਨਾ ਤੇ ਫਿਰ ਦਵਾਈ ਦੇਣੀ ਹੈ ਕਾਰਨ ਲੱਭ ਕੇ। ਜੇ ਲੋੜ ਪਵੇ ਤਾਂ ਤੂੰ ਈਐਨਟੀ ਵਾਲੇ ਕੋਲ ਭੇਜਣਾ, ਜੇ ਲੋੜ ਪਵੇ ਤਾਂ ਮੈਡੀਸਨ ਵਾਲੇ ਕੋਲ ਭੇਜਣਾ, ਪਰ ਉਹ ਦਵਾਈ ਮੈਡੀਸਨ ਵਾਲਾ ਜਿਹੜੀ ਲਿਖੇਗਾ, ਜਿਹੜਾ ਈਐਨਟੀ ਵਾਲਾ ਦੇਖੇਗਾ, ਉਹ ਦਵਾਈ ਲਿਖਾ ਕੇ ਮਰੀਜ਼ ਫਿਰ ਤੇਰੇ ਕੋਲ ਵਾਪਸ ਆਏਗਾ। ਫਿਰ ਤੂੰ ਉਹਨੂੰ ਜੱਜ ਕਰੇਗਾ, ਫੈਮਿਲੀ ਮੈਡੀਸਨ ਜਿਹੜਾ ਫੈਮਿਲੀ ਫਿਜ਼ੀਸ਼ੀਅਨ ਹੈ, ਉਹਦਾ ਪਰਸਨਲ ਡਾਕਟਰ ਹੈ, ਉਹ ਜੱਜ ਕਰੇਗਾ ਕਿ ਇਹਨੇ ਦਵਾਈ ਈਐਨਟੀ ਵਾਲੀ ਠੀਕ ਲਿਖੀ ਹੈ ਕਿ ਮੈਡੀਸਨ ਵਾਲੇ ਲਿਖੀ ਹੈ। ਹੋ ਸਕਦਾ ਉਹ ਫੈਸਲਾ ਕਰ ਦੇਵੇ ਇੱਕ ਦਵਾਈ ਈਐਨਟੀ ਦੀ ਠੀਕ ਹੈ, ਇੱਕ ਦਵਾਈ ਮੈਡੀਸਨ ਵਾਲੇ ਦੀ ਠੀਕ ਹੈ, ਦੂਜੀਆਂ ਬੰਦ ਨਾ ਕਰੋ। ਬਿਲਕੁਲ ਏਦਾਂ ਹੋ ਸਕਦਾ। ਹੁਣ ਤੁਸੀਂ ਆ ਜਾਓ ਕਰੋਨਾ ਦੀ ਆ ਰਹੀ ਹੈ, ਮੰਨ ਲਓ ਆਪਾਂ ਕਰੋਨਾ ਦੀ ਸਮਝ ਦੇਖੋ ਕਿੱਡੀ ਜਿੰਨੀ ਜ਼ਿਆਦਾ ਰਿਡਕਸ਼ਨਿਸਟ ਹੈ। ਕਹਿੰਦੇ ਜੀ ਕਰੋਨਾ ਹੈ, ਵਾਇਰਸ ਦੇ ਉੱਪਰ ਕਰਤਾ ਵੀ ਵਾਇਰਸ ਹੈ ਜੀ। ਤਾਂ ਹੁਣ ਵਾਇਰਸ ਦਾ ਕੋਈ ਅੱਗਾ ਪਿੱਛਾ ਨਹੀਂ ਦੇਖਿਆ, ਇਹ ਵਾਇਰਸ ਉਹ ਹੈਗੀ ਹੈ, ਹੋਰ ਵਾਇਰਸ ਵੀ ਤਾਂ ਹੋਣਗੀਆਂ ਉੱਥੇ, ਕੋਈ ਹਿਸਾਬ ਕਿਤਾਬ ਨਹੀਂ ਦੇਖਿਆ। ਜਦੋਂ ਤੁਸੀਂ ਵਿਗਿਆਨ ਦੇਖਦੇ ਹੋ ਤਾਂ ਵਿਗਿਆਨ ਕਹਿੰਦਾ ਕਿ ਤੁਹਾਡੇ ਈਐਨਟੀ ਘੱਟੋ ਘੱਟ 10-15 ਕਿਸਮ ਦੀਆਂ ਵਾਇਰਸ ਉੱਥੇ ਹਰ ਟਾਈਮ ਹੁੰਦੀਆਂ ਨੇ, ਤੇ ਕੋਈ ਵੀ ਜਦੋਂ ਐਪੀਡੈਮਿਕ ਫੈਲਦੀ ਹੈ ਫਲੂ ਦੀ, ਉਹਦੇ ਵਿੱਚ ਵੀ ਇੱਕ ਤੋਂ ਵੱਧ ਵਾਇਰਸ ਹੁੰਦੀਆਂ ਨੇ, ਜ਼ਰੂਰੀ ਵੀ ਕੋਈ ਵਾਇਰਸ ਹੋਵੇ। ਫਿਰ ਤੁਸੀਂ ਵਾਇਰਸ ਦਾ ਤੇ ਬਾਡੀ ਦਾ ਰਿਲੇਸ਼ਨਸ਼ਿਪ ਕੀ ਹੈ? ਕੀ ਵਾਇਰਸ ਜ਼ਰੂਰੀ ਬਿਮਾਰ ਕਰੇਗੀ? ਉਹ ਅੱਜ ਮੈਡੀਸਨ ਕਹਿ ਰਹੀ ਕਿ ਜੇ ਵਾਇਰਸ ਜੇ ਪੋਜ਼ਿਟਿਵ ਆ ਗਿਆ ਤਾਂ ਤੁਸੀਂ ਸਾਰਾ ਕੁਝ ਕਰੋ, A to Z, ਕੂੜੇ ਤੋਂ ਲੈ ਕੇ ਰਾੜੇ ਤੱਕ ਸਾਰਾ ਕੁਝ ਕਰੋ ਜੋ ਤੁਹਾਨੂੰ ਪੜ੍ਹਾਇਆ ਗਿਆ, ਜੋ ਤੁਹਾਡੀ ਹਦਾਇਤਾਂ ਆਈਆਂ ਨੇ ਕਿ ਇਹ ਕਰੋਨਾ ਦਾ ਕੇਸ ਹੈ, ਇਹਨੂੰ ਤੁਸੀਂ ਆਈਸੋਲੇਟ ਵੀ ਕਰਨਾ ਹੈ, ਇਹਨੂੰ ਆਹ ਟੀਕਾ ਵੀ ਲਾਉਣਾ, ਇਹਨੂੰ ਆਹ ਟੀਕਾ ਵੀ ਲਾਉਣਾ, ਇਹਨੂੰ ਆਹ ਟੀਕਾ ਵੀ ਲਾਉਣਾ, ਸਾਰਾ ਕੁਝ ਕਰਨਾ। ਲੇਕਿਨ ਸਾਇੰਸ ਕੀ ਕਹਿ ਰਹੀ ਹੈ ਕਿ ਜਿਹੜਾ ਸਾਇੰਸ ਦਾ ਉਹ ਕਹਿੰਦੀ ਉਹਦੇ 'ਚ 80% ਮਰੀਜ਼ ਗੁਲਾਮ ਨਹੀਂ ਹੈ, ਉਹਨਾਂ ਨੂੰ ਇਲਾਜ ਕਰਨ ਦੀ ਕੀ ਲੋੜ ਹੈ। ਇਹਦਾ ਮਤਲਬ ਹੈ ਕਿ ਸਿਰਫ ਪੋਜ਼ਿਟਿਵ ਨੇ ਪੇਸ਼ੈਂਟ ਉਹ ਤੋਂ ਬਾਡੀ ਦਾ ਰਿਲੇਸ਼ਨਸ਼ਿਪ ਕਿਆ ਵਾਇਰਸ। ਜੇ ਤੁਸੀਂ ਇਕੱਲੇ ਵਾਇਰਸ ਨੂੰ ਡੀਲ ਕਰੋਗੇ ਤਾਂ ਬਲੰਡਰਾਂ ਮਾਰੋਗੇ, ਔਰ ਜੋ ਉਸੇ ਕਰਕੇ ਮਰੀਜ਼ ਮਰ ਰਹੇ हैं, ਜਿਹੜੇ ਮਰ ਵੀ ਰਹੇ ਹਸਪਤਾਲ ਜਾ ਕੇ ਇਸੇ ਕਰਕੇ ਮਰ ਰਹੇ ਕਿ ਤੁਸੀਂ ਵਾਇਰਸ ਨੂੰ ਵੱਖਰਾ ਕਰਕੇ ਸੋਚ ਰਹੇ ਹੋ
बॉडी का रिलेशनशिप ਉਹਦੇ ਨਾਲ ਵਾਇਰਸ ਨਾਲ ਨਹੀਂ ਸੋਚ ਰਹੇ, ਉਹਦਾ ਕੋਈ ਹਿਸਾਬ ਤਾਂ ਵੀ ਰੱਖਿਆ ਕੋਈ। ਹੁਣ ਜਿਹੜੀ ਮੈਨੂੰ ਜਾਂ ਮੇਰੇ ਵਰਗੇ 2 4 10 15 20 ਬੰਦੇ ਜਿਹੜੇ ਗੱਲ ਕਰ ਰਹੇ ਅਸੀਂ ਠੋਕ ਕੇ, ਅਸੀਂ ਕਿਸ ਬੇਸ ਤੇ ਕਰ ਰਹੇ ਹਾਂ? ਕੋਈ ਸਾਨੂੰ ਇਲਹਾਮ ਨਹੀਂ ਹੋਇਆ ਵੀ ਇਹ ਵਾਇਰਸ ਝੂਠੀ ਹੈ ਤੇ ਹੋਰ ਹੈ। ਤੇ ਬਹੁਤ ਸਾਰੇ ਲੋਕ ਮਿਲਦੇ ਆ ਦੋਸਤ ਵੀ, ਤੁਸੀਂ ਤਾਂ ਉਹ ਪਹਿਲਾਂ ਕਹਿੰਦੇ ਸੀ ਬਿਲਕੁਲ ਉਦਾਂ ਹੀ ਸੱਚ ਨਿਕਲਿਆ, ਤਾਂ ਬੜੇ ਹੈਰਾਨ ਜਿਹੇ ਹੁੰਦੇ ਆ ਵੀ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਇਲਹਾਮ ਹੋਇਆ। ਉਹ ਇਲਹਾਮ ਨੂੰ ਕੋਈ ਨਹੀਂ ਹੋਇਆ, ਵਿਗਿਆਨ ਦੀ ਸਮਝ ਹੈ। ਵਿਗਿਆਨ ਦੀ ਸਮਝ ਹੈ ਕਿ ਵਾਇਰਸ ਇਦਾਂ ਦਾ ਬਿਹੇਵ ਨਹੀਂ ਕਰਦੀ ਜਿੱਦਾਂ ਕਹਿ ਰਹੇ, ਝੂਠ ਮਾਰ ਰਹੇ। ਬਾਕੀ ਡਾਕਟਰ ਜਿਹੜੇ ਨੇ ਜਾਂ ਤਾਂ ਉਹਨੂੰ ਸਮਝ ਨਹੀਂ ਹੈ, ਬਹੁਤ ਸਾਰੇ ਡਾਕਟਰਾਂ ਨੂੰ ਸਮਝ ਹੀ ਨਹੀਂ ਹੈ, ਕਿਉਂਕਿ ਉਹ ਆਪੋ ਆਪਣੀ ਸਪੈਸ਼ਲਾਈਜੇਸ਼ਨ ਤੱਕ ਸੀਮਿਤ ਨੇ। ਉਹ ਉਸ ਤੋਂ ਵੀ ਉਹਨਾਂ ਨੂੰ ਕੋਈ ਕਦੀ ਨਾ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਨਾ ਉਹਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਨਾ ਉਹਨੇ ਕੋਈ ਉਹਦੇ ਮਨ 'ਚ ਕੋਈ ਰਾਸ਼ਟੀ ਹੈ। ਜੇ ਕਿਸੇ 2 4 ਨੂੰ ਸਮਝ ਆ ਵੀ ਜਾਂਦੀ ਹੈ ਤਾਂ ਆਪਣੀ ਪੋਜੀਸ਼ਨ ਬਚਾਉਣ ਲਈ ਹੋਰ ਲਈ ਬੋਲਦੇ ਨਹੀਂ ਹੈ, ਕਿਉਂਕਿ ਉਹ ਸਰਕਾਰ ਦਾ ਪ੍ਰੈਸ਼ਰ ਇੰਨਾ। ਤਾਂ ਅਲਟੀਮੇਟਲੀ ਕੀ ਆ ਗਿਆ ਕਿ ਦੁਨੀਆ 'ਚ 8 10 ਬੰਦੇ ਬੋਲਣ ਵਾਲੇ ਟੋਟਲ ਮਿਲੇ, ਪਰ ਕੋਈ ਇਲਹਾਮ ਨਹੀਂ ਹੋਇਆ ਉਹਨਾਂ ਨੂੰ ਸਾਇੰਸ ਸਮਝ ਹੈ। ਬਸ ਇੰਨਾ ਹੀ ਫਰਕ ਹੈ, ਇੱਕ ਉਹਨਾਂ ਨੂੰ ਹੋਲਿਸਟਿਕ ਸਾਇੰਸ ਸਮਝ ਹੈ। ਉਹ ਰਿਡਕਸ਼ਨਿਸਟ ਸਾਇੰਸ ਨੇ ਉਹਨਾਂ ਦੀ ਅੱਖਾਂ ਤੇ ਖੋਪੇ ਨਹੀਂ ਪਾਏ, ਜਿੱਦਾਂ ਬਹੁਤ ਲੋਕਾਂ ਦੀ ਅੱਖਾਂ ਦੇ ਖੋਪੇ ਪਾਤੇ ਬਲਦ ਵਾਂਗੂ ਵੀ ਉਹ ਘੁੰਮੀ ਜਾਓ ਤੁਸੀਂ ਇੱਥੇ ਦੇ ਇੱਥੇ। ਬਹੁਤ ਹੁਣ ਡਾਕਟਰਾਂ ਦੇ ਉੱਪਰ ਅੱਖਾਂ ਦੇ ਉਹ ਜਿਵੇਂ ਬਲਦ ਦੇ ਖੋਪੇ ਪਾਏ ਹੁੰਦੇ ਨੇ, ਚੱਲਣ ਜੋ ਘੁੰਮਦਾ ਉਹ ਘੁੰਮੀ ਜਾਂਦਾ ਬਸ ਉੱਥੇ ਦੇ ਉੱਤੇ, ਉਹਨੂੰ ਉਸ ਤੋਂ ਆਸੇ ਪਾਸੇ ਨਹੀਂ ਦੇਖਣ ਦਿੰਦੇ। ਤੇ ਜਿਹੜੇ ਡਾਕਟਰ ਨੂੰ ਸਮਝ ਆਈ ਹੈ ਉਹਨਾਂ ਦੇ ਖੋਪੇ ਨਹੀਂ ਪਾਏ, ਫਰਕ ਇੰਨਾ ਹੀ ਹੈ ਬਸ। ਉਹ 4 ਸਵੇਰੇ ਵੀ ਦੇਖ ਰਹੇ ਆ, ਜੋੜ ਕੇ ਦੇਖ ਰਹੇ ਗੱਲ, ਤੇ ਉਹ ਹੋਲਿਜ਼ਮ ਹੈ। ਜਿਹੜੇ ਆਮ ਡਾਕਟਰ ਕਰ ਰਹੇ ਉਹ ਰਿਡਕਸ਼ਨਿਜ਼ਮ ਹੈ। ਕੈਂਸਰ ਹੈ, ਹੁਣ ਕੈਂਸਰ ਦਾ ਇਲਾਜ ਵੀ ਕੈਂਸਰ ਲੱਗ ਗਿਆ, ਗੱਠ ਹੋਈ, ਵਾਪਸੀ ਹੋ ਗਈ, ਟੈਸਟ ਹੋ ਗਿਆ, ਫਲਾਣਾ ਹੋ ਗਿਆ, ਟਿਮਕਾ ਹੋ ਗਿਆ ਜੀ, ਇਹ ਕੈਂਸਰ ਹੈ ਜੀ, ਚਲੋ ਜੀ ਦੇ ਕੈਂਸਰ ਨੂੰ ਮਾਰੋ। ਪਹਿਲਾਂ ਤਾਂ ਕੱਢ ਦਿਓ, ਫਿਰ ਉਹਨੂੰ ਰੇਡੀਓਥੈਰੇਪੀ ਦਿਓ, ਫਿਰ ਉਹਨੂੰ ਕੀਮੋਥੈਰੇਪੀ ਦਿਓ, ਉਹਨੂੰ ਮਾਰ ਦਿਓ ਕੈਂਸਰ ਨੂੰ। ਜੇ ਉਹਨੂੰ ਅੱਗੇ ਸਾਇੰਸ ਨੂੰ ਦੇਖੀਏ ਹੋਲਿਜ਼ਮ 'ਚ ਰੱਖ ਕੇ, ਹੋਲਿਜ਼ਮ ਦੀ ਸਾਇੰਸ ਤਾਂ ਕਹਿ ਰਹੀ ਹੈ ਵੀ ਕੈਂਸਰ ਦੇ ਸੈੱਲ ਤਾਂ ਬਣਦੇ ਰਹਿੰਦੇ ਸਰੀਰ 'ਚ, ਕੈਂਸਰ ਦਾ ਮਿਸ਼ਨ ਡਿਵੈਲਪ ਨਹੀਂ ਹੁੰਦਾ। ਘੱਟੋ ਘੱਟ ਸਾਇੰਸ ਹੁਣ ਮੰਨ ਰਹੀ ਹੈ ਕਿ 10 ਕਿਸਮ ਦੇ ਕੈਂਸਰ ਦੇ ਸੈੱਲ ਹਰ ਬੰਦੇ ਦੇ ਸਰੀਰ 'ਚ ਐਟ ਏ ਟਾਈਮ ਹੁੰਦੇ ਆ, ਸਭ ਦੇ ਅੰਦਰ ਹੁੰਦੇ ਆ। ਲੇਕਿਨ ਕੈਂਸਰ ਤਾਂ ਨਹੀਂ ਹੁੰਦਾ ਹਰ ਬੰਦੇ ਨੂੰ। ਕੈਂਸਰ ਕਿਹਨੂੰ ਹੁੰਦਾ? ਕੈਂਸਰ ਉਸ ਬੰਦੇ ਨੂੰ ਹੁੰਦਾ ਜਿਸ ਬੰਦੇ ਦੇ ਅੰਦਰ ਲੜਨ ਦੀ क्षमता, ਲੜਨ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ, ਤੇ ਉਹਦੇ ਅੰਦਰ ਜਿਹੜਾ ਸਿਸਟਮ ਹੈ, ਇਮਿਊਨਿਟੀ ਹੈ, ਉਹ ਸਵਿਚ ਆਫ ਹੋਈ ਹੁੰਦੀ ਹੈ ਜਾਂ ਬਹੁਤ ਵੀਕ ਹੁੰਦੀ ਹੈ। ਜੋ ਸਵਿਚ ਆਫ ਨਾ ਹੋਈ ਹੋਵੇ ਤਾਂ ਉਹ ਕੈਂਸਰ ਸੈੱਲ ਨੇ ਕੈਂਸਰ ਨਹੀਂ ਸੀ ਬਣਨਾ, ਬਿਮਾਰੀ ਨਹੀਂ ਸੀ ਬਣਨਾ। ਜੇ ਹੁਣ ਦੇ ਸਵਿਚ ਆਨ ਕਰ ਲਈਏ ਤਾਂ ਉਹ ਕੈਂਸਰ ਬਣ ਚੁੱਕਿਆ, ਉਹ ਵੀ ਖਤਮ ਹੋ ਜਾਏਗਾ। ਲੇਕਿਨ ਇਹ ਗੱਲ ਨੂੰ ਬਿਲਕੁਲ ਨਹੀਂ ਮੰਨਣ ਨੂੰ ਤਿਆਰ, ਕਿਉਂਕਿ ਹਾਂ ਜੀ ਕੈਂਸਰ ਬਣ ਗਿਆ ਜਿਹੜਾ, ਫਿਰ ਕੈਂਸਰ ਦਾ ਵੱਧਦਾ ਹੁੰਦਾ, ਕੈਂਸਰ ਤਾਂ ਨਹੀਂ ਜਾ ਸਕਦਾ, ਘੱਟ ਨਹੀਂ ਸਕਦਾ ਹੈ। ਜੋ ਉਹਨੂੰ ਦਿਖਾਤੇ ਗਏ ਵੀ ਆ ਤਾਂ ਮਰੀਜ਼ ਦਾ ਕੈਂਸਰ ਘਟ ਗਿਆ, ਕਿਉਰ ਹੋ ਗਿਆ ਬੰਦਾ, ਉਹ ਕੋਈ ਸਮਝ ਨਹੀਂ ਉਹਨੂੰ ਇਸ ਗੱਲ। ਸੈਂਕੜੇ ਲੋਕ ਦੁਨੀਆ ਦੇ ਅੰਦਰ ਇਸ ਗੱਲ ਦੇ ਬਾਵਜੂਦ ਕਿ ਸਰਕਾਰਾਂ ਦਾ ਇੰਨਾ ਪ੍ਰੈਸ਼ਰ ਹੈ, ਸਿਸਟਮ ਦਾ ਇੰਨਾ ਪ੍ਰੈਸ਼ਰ ਹੈ ਕਿ ਤੁਹਾਨੂੰ ਉਹ ਰਿਸਰਚ ਹੋਣ ਨਹੀਂ ਦੇ ਰਹੇ ਹੋ ਜਿਹੜੀ ਕੈਂਸਰ ਨੂੰ ਟ੍ਰੀਟ ਕਰ ਲਵੇ, ਉਹਦੇ ਬਾਵਜੂਦ ਵੀ ਸੈਂਕੜੇ ਮਰੀਜ਼ ਇਹੋ ਜਿਹੇ ਨੇ ਜਿਹੜੇ ਕਿ ਕੈਂਸਰ ਦੇ ਕਿਉਰ ਹੋਏ ਪਏ, ਸੈਂਕੜੇ ਨਹੀਂ ਹਜ਼ਾਰਾਂ ਹੋਣਗੇ। तो ये है रिडक्शनिज्म वर्सेस होलिज्म कि पूरी जी हम इन थोड़ा जहा लार्जर लैवल से लै लीए, तो पिछली बार भी गल की पर फिर करते हैं क्योंकि इनू करना बहुत जरूरी है। ट्रूथ जी है, सच जोड़ा है वो होलिस्टिक है। होलिस्टिक का मतलब पूरे दे पूर्णता, संस्कृत का श्लोक है ना, मैं संस्कृत के जवानी श्लोक तो याद नहीं है, है कि जी सच है वो इन्ना पूर्ण होंगे कि जो पूर्ण चो पूर्ण भी कढ़ दिए हाँ भी पिछे पूर्ण बच जाता। वो पूर्णता इन्नी परफेक्ट होंगी है, उस पूर्ण को घटा नहीं सकते। तो नेचर के अंदर जो ब्रह्मांड के अंदर झात मारते हो तो बिल्कुल उदा उपनिषदां का श्लोक है वो बिल्कुल सही साबित होंगे। विज्ञान ने भी ये मोहर लाती है कि पूरे का पूरा ब्रह्मांड जोड़ा है वो एक इकाई के तौर पर काम करता है, एज ए होल काम करता है, एज ए होल हिस्से जोड़े ने हिस्से के तौर पर काम करते हैं, ना कि उस तो वक्रे होके। पूरे ब्रह्मांड के अंदर की है ब्रह्मांड ब्रह्मांड के अंदर सब तो पहला ह्यूज फील्ड ऑफ ऊर्जा है जो खाली आकाश दिसदा सानूं,
ਜਿਹੜਾ ਆਕਾਸ਼ ਸਾਨੂੰ ਖਾਲੀ ਦਿਖ ਰਿਹਾ ਹੈ, ਇਸ ਵਿੱਚ ਖਾਲੀ ਨਹੀਂ ਹੈ। ਇਹ ਸਾਡਾ ਖਾਲੀ ਇਸ ਕਰਕੇ ਲੱਗਦਾ ਕਿ ਸਾਨੂੰ ਉਹ ਸਾਡੇ ਕੋਲੇ ਕੋਈ ਉਹਨੂੰ ਦੇਖਣ ਦੀ ਜਾਂ ਉਹਦੀਆਂ ਗਿਣਤੀਆਂ ਮਿਣਤੀਆਂ ਕਰਨ ਦੇ ਆਮ ਹਥਿਆਰ ਨਹੀਂ ਹੈਗੇ। ਹਾਲਾਂਕਿ ਹੁਣ ਸਾਇੰਸ ਨੇ ਕੱਢ ਲਏ ਹਥਿਆਰ ਉਹਨੂੰ ਮਿਲਣ ਦੇ, ਸਾਇੰਸ ਮਿਲ ਲੈਂਦੀ ਉਹਨੂੰ ਵੀ, ਲੇਕਿਨ ਆਮ ਬੰਦੇ ਕੋਲੇ, ਆਮ ਬੰਦੇ ਦੀ ਪਹੁੰਚ ਨਹੀਂ ਹੈਗੀ। ਅਸੀਂ ਕਹਿੰਦੇ ਖਾਲੀ ਖਲਾ ਹੈ, ਉਹ ਖਲਾ ਨਹੀਂ ਹੈ, ਉਹ ਊਰਜਾ ਦਾ ਭਰਿਆ ਹੋਇਆ ਆਕਾਸ਼ ਹੈ। ਉਸ ਊਰਜਾ ਦੇ ਭਰੇ ਹੋਏ ਆਕਾਸ਼ 'ਚ ਕਰੋੜਾਂ ਕਰੋੜ ਗਲੈਕਸੀਜ਼ ਨੇ। ਗਲੈਕਸੀ ਕਿਹਨੂੰ ਕਹਿੰਦੇ ਆ? ਇੱਕ ਤਾਰਿਆਂ ਦੇ ਸਮੂਹ ਨੂੰ। ਇੱਕ ਇੱਕ ਸਮੂਹ 'ਚ, ਇੱਕ ਇੱਕ ਗਲੈਕਸੀ 'ਚ ਕਰੋੜਾਂ ਕਰੋੜ ਤਾਰੇ ਆ। ਫਿਰ ਪਹਿਲਾਂ ਤਾਂ ਕਰੋੜਾਂ ਕਰੋੜ ਗਲੈਕਸੀਆਂ ਨੇ, ਫਿਰ ਕਰੋੜਾਂ ਕਰੋੜ ਤਾਰੇ ਆ ਇੱਕ ਇੱਕ ਗਲੈਕਸੀ 'ਚ, ਫਿਰ ਇੱਕ ਇੱਕ ਤਾਰੇ ਦੀਆਂ ਅਨੇਕਾਂ ਅਨੇਕਾਂ ਧਰਤੀਆਂ ਨੇ। ਫਿਰ ਧਰਤੀ ਦੇ ਉੱਪਰ ਕੁਛ ਧਰਤੀਆਂ ਦੇ ਉੱਪਰ ਬਹੁਤ ਸੁੰਦਰ ਕੁਦਰਤ ਵਸੀ ਹੋਈ ਹੈ, ਜਿਵੇਂ ਸਾਡੀ ਧਰਤੀ ਹੈ। ਸੂਰਜ ਦੀਆਂ 8-9 ਧਰਤੀਆਂ ਜਿਹੜੀਆਂ, ਉਹਦੇ ਸਿਰਫ ਇੱਕ ਧਰਤੀ ਦੇ ਉੱਪਰ ਕੁਦਰਤ ਵਸੀ ਹੋਈ ਹੈ, ਬਾਕੀ ਉਜਾੜ ਹੈ ਸਾਰਾ। ਆਪੋ ਆਪਣੇ ਕਿਸਮ ਦੇ, ਕੋਈ ਠੰਡਾ ਹੈ, ਕੋਈ ਗਰਮ ਹੈ, ਕੋਈ ਕਿਸੇ ਦਾ ਬਰਫ਼ ਹੈ, ਕਿਸੇ ਦਾ ਕੁਛ ਹੈ, ਉਹ ਅਲੱਗ ਅਲੱਗ ਨੇ, ਲੇਕਿਨ ਜੀਵਨ ਸਿਰਫ ਇੱਕੋ ਤੇ ਹੈ। ਲੇਕਿਨ ਬਾਕੀ ਤਾਰਿਆਂ ਦੇ, ਬਾਕੀ ਸੂਰਜਾਂ ਦੇ, ਧਰਤੀਆਂ ਦੇ ਜੀਵਨ ਹੋਏਗਾ, ਉਹਦੇ ਤੱਕ ਸਾਡੀ ਪਹੁੰਚ ਨਹੀਂ ਹੈ। ਵਿਗਿਆਨ ਦੀ ਅਜੇ ਤੱਕ ਉੱਥੋਂ ਤੱਕ ਪਹੁੰਚ ਨਹੀਂ। ਵਿਗਿਆਨ ਸਿਰਫ ਸੂਰਜ ਦੀਆਂ ਧਰਤੀਆਂ ਤੱਕ ਪਹੁੰਚਿਆ। ਇਸ ਸੂਰਜ ਦੀਆਂ ਜਿਹੜੀਆਂ ਧਰਤੀਆਂ ਨੇ, ਉਹਦੇ ਉੱਪਰ ਹੋਰ ਕਿਸੇ ਤੇ ਜੀਵਨ ਨਹੀਂ ਹੈ। ਜੀਵਨ ਇੱਕ ਬਹੁਤ ਸੁੰਦਰ ਜੀਵਨ ਸਾਡੀ ਧਰਤੀ ਤੇ ਹੈ। ਤਾਂ ਉਹ ਅੱਗੇ ਫਿਰ ਜੀਵਨ ਜਿਹੜਾ ਹੈ ਕੁਦਰਤ ਦੇ ਅੰਦਰ ਬਸਦਾ, ਉਹ ਫਿਰ ਉਹ ਨੇਚਰ ਐਜ਼ ਏ ਹੋਲ ਕੰਮ ਕਰਦੀ ਹੈ। ਨੇਚਰ ਦੇ ਅੱਡ-ਅੱਡ ਪਾਰਟਸ ਅਲੱਗ-ਅਲੱਗ ਕੰਮ ਨਹੀਂ ਕਰਦੇ। ਨੇਚਰ ਦੇ ਅੰਦਰ ਫਿਰ ਤੁਹਾਡਾ ਦੋ ਤਾਂ ਇਹੀ ਹੋ ਗਏ, ਊਰਜਾ ਤੇ ਆਕਾਸ਼, ਇੱਕੋ ਹੀ ਚੀਜ਼ ਹੈ, ਊਰਜਾ ਭਰਿਆ ਆਕਾਸ਼। ਲੇਕਿਨ ਤੱਤ ਨੂੰ ਅਸੀਂ ਗਿਣ ਲੱਗਿਆ, ਪੰਜ ਤੱਤ ਜਦੋਂ ਗਿਣਦੇ ਆ, ਦੋ ਗਿਣ ਲੈਂਦੇ ਆ ਫਿਰ ਉਹਨੂੰ, ਊਰਜਾ ਤੇ ਆਕਾਸ਼। ਊਰਜਾ ਭਰਿਆ ਆਕਾਸ਼ ਹੈ ਅਸਲ ਵਿੱਚ, ਉਹ ਜਿਹੜਾ ਕਿ ਪਦਾਰਥ ਨਹੀਂ ਹੈ, ਜਿਹੜਾ ਊਰਜਾ ਹੈ। ਜਦੋਂ ਵਿਗਿਆਨੀਆਂ ਨੇ ਗੁਣ ਪੜ੍ਹੇ, ਜਦੋਂ ਤੇ ਗੁਣਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਤਾਂ ਘੱਟੋ ਘੱਟ 40 ਕਿਸਮ ਦੇ ਗੁਣ ਉਹਨਾਂ ਨੇ ਪੜ੍ਹੇ। ਤਾਂ ਉਹ ਆਪ ਹੀ ਦੰਗ ਰਹਿ ਗਏ ਕਿ ਉਹ ਸਾਰੇ ਗੁਣ ਉਹ ਨਿਕਲੇ ਜੋ ਸਾਡੇ ਰਿਸ਼ੀ ਮੁਨੀ, ਸਾਡੇ ਗੁਰੂ ਪਰਮਾਤਮਾ ਦੇ ਗੁਣ ਕਹਿੰਦੇ। ਦੰਗ ਰਹਿ ਗਏ ਕਿ ਸਾਡੇ ਗੁਰੂਆਂ ਨੂੰ ਇਹ ਗੁਣ, ਜਦੋਂ ਕੋਈ ਸਾਇੰਸ ਦਾ ਹਥਿਆਰ ਨਹੀਂ ਸੀਗਾ, ਕੋਈ ਔਜ਼ਾਰ ਨਹੀਂ ਸੀਗਾ, ਕੋਈ ਸਮਝਣ ਦਾ ਤਰੀਕਾ ਸੀ, ਉਦੋਂ ਵੀ ਸਮਝ ਆ ਗਏ ਵੀ ਆਹ ਗੁਣ ਹੈਗੇ ਆ। ਪਰ ਉਦੋਂ ਕਿਉਂਕਿ ਉਹਨਾਂ ਨੇ ਉਹਨੂੰ ਪਰਮਾਤਮਾ ਕਿਹਾ, ਉਹ ਲੋਕਾਂ ਨੇ, ਬਹੁਤੇ ਆਮ ਬੰਦੇ ਨੇ ਹੀ ਸਮਝ ਲਿਆ ਵੀ ਇਹ ਤਾਂ ਜੀ ਕੋਈ ਪਹੁੰਚੀ ਹੋਈ ਚੀਜ਼ ਨੇ, ਆਪਣੀ ਸਮਝ ਦੇ ਸਿਰ ਤੇ ਕਹਿ ਦਿੱਤਾ ਉਹਨਾਂ ਨੇ। ਕਿਸੇ ਨੇ ਵਿਸ਼ਵਾਸ ਕੀਤਾ, ਕਿਸੇ ਨੇ ਨਾ ਕੀਤਾ, ਕਿਸੇ ਨੇ ਕਹਿਤਾ ਵੀ ਨਹੀਂ ਤਾਂ ਐਵੇਂ ਹੈ ਜੀ, ਫਰਾਡ ਹੈ ਸਾਰਾ। ਉਹ ਜਿਹੜੇ ਤਰਕਸ਼ੀਲ ਸੁਸਾਇਟੀਆਂ ਨੇ, ਹੋਰ ਨੇ ਜਿਹੜੇ ਵਿਗਿਆਨੀ ਨੇ, ਸਾਰੇ ਜਿਹੜੇ ਨੇ, ਬਹੁਤੇ ਧਰਮ ਨੂੰ ਅਸੀਂ ਝੂਠ ਹੀ ਮੰਨਦੇ ਰਹੇ ਹੁਣ ਤੱਕ। ਵੀ ਧਰਮ ਤਾਂ ਹੈ ਮਿਥੀਕਲ ਹੁੰਦਾ ਹੈ, ਵਿਸ਼ਵਾਸ ਦੀ ਗੱਲ ਹੈ, ਮੰਨਣਾ ਮੰਨ ਲਓ, ਨਹੀਂ ਤਾਂ ਤੁਹਾਡੀ ਮਰਜ਼ੀ ਆ। ਜਿਹਨੇ ਮੰਨ ਲਿਆ ਉਹਦੇ ਵਾਸਤੇ ਪਰਮਾਤਮਾ ਹੈਗਾ, ਜਿਹਨੇ ਨਹੀਂ ਮੰਨਿਆ ਉਹਦੇ ਵਾਸਤੇ ਨਹੀਂ ਹੈਗਾ। ਉਹ ਤਾਂ ਗੱਲ ਸਾਰੀ ਵਿਗਿਆਨ ਨੇ ਗਲਤ ਸਾਬਤ ਕਰਤੀ ਕਿ ਪਰਮਾਤਮਾ ਨੂੰ ਨਾ, ਪਰਮਾਤਮਾ ਨਾ ਦਿਓ, ਤੁਸੀਂ ਕੁਝ ਹੋਰ ਨਾਂ ਦੇ ਲਓ, ਲੇਕਿਨ ਉਹ ਹੈਗਾ ਹੈ। ਉਹ ਇਹੋ ਜੀ ਐਗਜ਼ਿਸਟੈਂਸ ਹੈ ਜਿਹੜੀ ਆਪਣੇ ਬਣਾਏ ਹੋਏ ਨਿਯਮਾਂ ਦੇ ਤਹਿਤ ਚੱਲਦੀ ਹੈ। ਨਿਯਮ ਉਹਨੇ ਆਪ ਹੀ ਬਣਾਏ ਹੈ। ਸੈਭੰਗ ਜਿਹੜਾ ਬਾਰ-ਬਾਰ ਹੁੰਦਾ, ਸੈਭੰਗ ਜਿਹੜਾ, ਸੈਭੰਗ ਵੀ ਆਪਣੇ ਆਪ ਸਥਿਤ ਹੈ, ਉਹ ਆਪਣੇ ਆਪ ਸਥਿਤ ਹੈ। ਤਾਂ ਉਹ ਜਿਹੜਾ ਹੈ, ਜਿਸ ਤਰ੍ਹਾਂ ਜਿਹੜਾ ਹੈ, ਚਾਹੇ ਉਹ ਉਪਨਿਸ਼ਦ ਨੇ, ਚਾਹੇ ਉਹ ਸੂਫੀਜ਼ਮ ਹੈ, ਚਾਹੇ ਉਹ ਬੁੱਧ ਹੈ। ਸਭ ਤੋਂ ਪਹਿਲਾਂ ਉਪਨਿਸ਼ਦ ਨੇ, ਉਸ ਤੋਂ ਬਾਅਦ ਬੁੱਧਿਜ਼ਮ ਆਉਂਦਾ ਹੈ, ਤੇ ਸੂਫੀਜ਼ਮ ਹੈ। ਸੂਫੀਜ਼ਮ ਚੋਂ ਹੀ ਕਿਤੇ ਨਾ ਕਿਤੇ ਬਾਬਾ ਫਰੀਦ ਜਿਹੜਾ ਸੂਫੀਜ਼ਮ ਦੀ ਕਲਾਸੀਕਲ ਜਿਹੜੀ ਹੈ ਉਹ ਹੈ, ਜਿਹਨੂੰ ਨੁਮਾਇੰਦਾ, ਜਿਹਨੂੰ ਜੇ ਗੁਰੂ ਨਾਨਕ ਸਾਹਿਬ ਨੂੰ ਦੇਖੋ ਤਾਂ ਇਹ ਲੱਗਦਾ ਵੀ ਬਾਬਾ ਫਰੀਦ ਤੇ ਗੁਰੂ ਨਾਨਕ ਸਾਹਿਬ ਕੋਈ ਅੰਤਰ ਨਹੀਂ ਹੈ। ਤੇ ਕਿਤੇ ਨਾ ਕਿਤੇ ਗੁਰੂ ਨਾਨਕ ਸਾਹਿਬ ਨੇ ਬਾਬਾ ਫਰੀਦ ਨੂੰ ਜਿਵੇਂ ਗੁਰੂ ਮੰਨ ਕੇ ਸਾਰੀ ਗੱਲ ਜਿਹੜੀ ਉਹ ਕੀਤੀ ਹੁੰਦੀ ਹੈ, ਤੇ ਤੁਹਾਨੂੰ ਪ੍ਰਭਾਵ ਜਾਏਗਾ। ਇਹ ਸੂਫੀਜ਼ਮ ਤੋਂ ਬਾਅਦ ਜਿਹੜੀ ਸਿੱਖ ਗੁਰੂਆਂ ਦੀ ਸਾਰੀ ਟ੍ਰੈਡੀਸ਼ਨ ਹੈ, 10 ਗੁਰੂਆਂ ਦੀ, ਉਹ ਸਾਰੀ ਦੀ ਸਾਰੀ ਜਿਹੜੀ ਹੈ ਉਹ ਉੱਥੇ ਖੜੀ ਹੈ, ਜਿਹੜੀ ਕਹਿੰਦੀ ਹੈ ਕਿ ਏਕ ਓਂਕਾਰ ਦਾ ਮਤਲਬ ਇਹ ਨਹੀਂ ਕਿ ਰੱਬ ਇੱਕ ਹੈ। ਆਪਾਂ ਬਹੁਤ ਵਾਰੀ ਗਲਤ ਇੰਟਰਪ੍ਰੀਟੇਸ਼ਨ ਕਰਦੇ ਹਾਂ, ਗਲਤ ਸਮਝ ਜਾਂਦੇ ਹਾਂ ਕਿ ਪਰਮਾਤਮਾ ਇੱਕੋ ਹੀ ਹੈ। ਨਹੀਂ, ਇਹ ਨਹੀਂ ਹੈ ਉਹਦਾ ਮਤਲਬ। ਇਹਦਾ ਮਤਲਬ ਪਰਮਾਤਮਾ ਹੀ ਹੈ, ਕੋਈ ਦੂਸਰਾ ਹੈ ਨਹੀਂ, ਹੋਰ ਹੈ ਹੀ ਨਹੀਂ ਕੁਝ। ਹੋਰ ਵੀ ਜਿਹੜਾ ਹੈਗਾ ਉਹ ਵੀ ਪਰਮਾਤਮਾ ਦਾ ਹੀ ਰੂਪ ਹੈ। ਉਹ ਪਰਮਾਤਮਾ ਦੇ ਅਲੱਗ-ਅਲੱਗ ਰੂਪ ਨੇ। ਪਰਮਾਤਮਾ ਦਾ ਇੱਕ ਰੂਪ ਹੈ ਜਿਹੜਾ ਊਰਜਾ ਦਾ ਫੀਲਡ ਹੈ। ਕਿੰਨਾ ਵੱਡਾ ਫੀਲਡ ਹੈ ਉਹ, ਤਾਰਿਆਂ ਦੇ ਮੁਕਾਬਲੇ 'ਚ, ਗਲੈਕਸੀਆਂ ਦੇ ਮੁਕਾਬਲੇ 'ਚ, ਉਹਦੀ ਬਹੁਤ ਸੋਹਣੀ
ਉਦਾਹਰਨ ਜਿਹੜੀ ਹੈ ਉਹ ਮੈਂ ਜਿਹੜੀ ਹੈ ਪੜ੍ਹੀ ਕਿਤੇ ਕਿ ਐਦਾਂ ਐਦਾਂ ਆਪਾਂ ਸੋਚ ਲਈਏ ਕਿ ਦਿਓ ਕੱਦ ਬੰਦਾ ਆਪਣੀ ਮੁੱਠੀ 'ਚ ਚੰਦ ਹੀਰੇ ਲੈ ਕੇ ਉਛਾਲ ਰਿਹਾ ਹੋਵੇ, ਉਹਨਾਂ ਖੇਡ ਰਿਹਾ ਹੋਵੇ। ਜਿਹੜੇ ਹੀਰੇ ਨੇ ਉਹ ਗਲੈਕਸੀਆਂ ਨੇ, ਕਰੋੜਾਂ ਕਰੋੜ ਗਲੈਕਸੀਆਂ, ਕਰੋੜਾਂ ਕਰੋੜ ਤਾਰੇ ਨੇ, ਤੇ ਉਹ ਜਾਇੰਟ ਜਿਹੜਾ ਦਿਓ ਕੱਦ ਬੰਦਾ ਉਹ ਊਰਜਾ ਭਰਿਆ ਆਕਾਸ਼ ਹੈ। ਊਰਜਾ ਭਰਿਆ ਆਕਾਸ਼ ਦਾ ਜਿਹੜਾ ਸਾਈਜ਼ ਹੈ, ਜਿਹੜਾ ਉਹਦੀ ਵਿਸ਼ਾਲਤਾ ਹੈ, ਉਹ ਅਨੰਤ ਹੈ। ਗੁਰਬਾਣੀ 'ਚ ਜਿਹੜਾ ਬਾਰ-ਬਾਰ ਉਹ ਸਾਰਾ ਜ਼ਿਕਰ ਆਉਂਦਾ ਉਹ ਹੈ ਕਿ ਉਹ ਅਨੰਤ ਹੈ। ਉਹਦੇ ਵਿੱਚ ਫਿਰ ਇਹ ਸਾਰਾ ਪਸਾਰਾ ਜਿਹੜਾ ਪਦਾਰਥ ਦਾ ਪਸਾਰਾ ਹੈ, ਗਲੈਕਸੀਆਂ ਦੀ ਸ਼ਕਲ 'ਚ, ਸੂਰਜਾਂ ਦੀ ਸ਼ਕਲ 'ਚ, ਤਾਰਿਆਂ ਦੀ ਸ਼ਕਲ 'ਚ, ਜਾਂ ਉਹਦੇ ਉੱਪਰ ਵਸਦੀਆਂ ਧਰਤੀਆਂ ਦੀ ਸ਼ਕਲ 'ਚ। ਇੱਕੋ ਹੀ ਹੈ, ਇੱਕੋ ਹੀ ਮਤਲਬ ਉਹੀ ਹੈ। परमात्मा एक का मतलब ये नहीं कि परमात्मा एक साथों बाहर है, मैं कोई हो रहा तो परमात्मा एक किते हो रहा है। उतों जब निकल आया कि परमात्मा जिवें कोई किसी स्वर्ग च बैठा है, किसी खास च बैठा है, कोई रजिस्टर ला के बैठा है, हिसाब किताब रखता हो सब का। ਇਹੋ ਜਿਹੀਆਂ ਜਿਹੜੀਆਂ ਬਹੁਤ ਹੀ ਚਾਈਲਡਿਸ਼ ਔਰ ਬਚਕਾਨਾ ਜਿਹੜੀ ਸਮਝ ਨਿਕਲੀ ਉਹਦੇ ਚੋਂ ਕੁਝ ਲੋਕਾਂ ਦੀ, ਤੇ ਜਿਹਦੇ ਸਿਰ ਤੇ ਅੱਗੇ ਫਿਰ ਲੋਕਾਂ ਨੇ ਅਜੀਬ ਅਜੀਬ ਕਿਸਮ ਦੇ ਜਿਹੜੇ ਉਹ ਬਣਾ ਲਏ ਆਪਣੇ ਆਪਣੀਆਂ ਧਾਰਨਾਵਾਂ, ਜਿਹਦੇ 'ਚ ਬਹੁਤ ਸਾਰੇ ਵਹਿਮ ਭਰਮ ਨਿਕਲੇ ਬਹੁਤ ਸਾਰੇ। ਉਹ ਸਾਰਾ ਕਿਤੇ ਨਾ ਕਿਤੇ ਇੱਦਾਂ ਨਹੀਂ ਹੈ। ਜਿਹੜਾ ਹਿਊਜ ਫੀਲਡ ਆਫ એનર્ਜੀ ਹੈ, ਆਕਾਸ਼ ਦਾ ਭਰਿਆ ਹੋਇਆ એનર્ਜੀ ਦਾ ਭਰਿਆ ਹੋਇਆ ਆਕਾਸ਼ ਹੈ, ਉਹ ਤਾਂ ਊਰਜਾ ਰੂਪ ਹੈ ਪਰਮਾਤਮਾ ਦਾ। ਜਿਹੜੇ ਗਲੈਕਸੀਆਂ ਤੇ ਤਾਰੇ ਨੇ ਤੇ ਉਹਦੀਆਂ ਧਰਤੀਆਂ ਨੇ, ਉਹਦਾ ਪਦਾਰਥਕ ਰੂਪ ਨੇ, ਤੇ ਫਿਰ ਉਹਦੀ ਧਰਤੀਆਂ ਤੇ ਬਸਦੀ ਕੁਦਰਤ ਵੀ ਹੈ, ਉਹ ਵੀ ਉਹਦਾ ਪਦਾਰਥ ਰੂਪ ਹੈ। ਉਸ ਪਦਾਰਥ ਰੂਪ ਦੇ ਅੰਦਰ ਸਭ ਤੋਂ ਉੱਤਮ ਜਿਹੜੀ ਜੀਵ ਦੀ ਰਚਨਾ ਹੋਈ ਉਹ ਮਨੁੱਖ ਹੈ, ਜਿਹਦੇ 'ਚ ਆ ਕੇ ਕੁਦਰਤ ਨੇ ਉਹਨੂੰ ਸਿਰਜਦੇ ਲਗਭਗ ਆਪਣੇ ਲੈਵਲ ਤੇ ਲੈ ਗਿਆ ਪਰਮਾਤਮਾ। ਉਹਨਾਂ ਗੁਣਾਂ ਦੇ ਮੁਕਾਬਲੇ, ਗੁਣਾਂ ਦੇ ਜਦੋਂ ਗੁਣ ਭਰਦਾ ਜਦੋਂ ਮਨੁੱਖ ਤੱਕ ਕੁਦਰਤ ਪਹੁੰਚੀ ਤਾਂ ਉਹਨੂੰ ਕੋਸ਼ਿਸ਼ ਰਹੀ ਕਿ ਉਹ ਮੈਂ ਪਰਮਾਤਮਾ ਦੀ ਕੋਸ਼ਿਸ਼ ਰਹੀ ਕਿ ਮੈਂ ਆਪਣਾ ਬਾਹਰੀ ਰੂਪ ਵੀ ਦਿਖਾਵਾਂ। ਆਪਾਂ ਉਹਦਾ ਕਹਿ ਸਕਦੇ ਹਾਂ ਕਿ ਪਰਮਾਤਮਾ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਿਹਾ ਕੁਦਰਤ 'ਚ, ਚਾਹੇ ਉਹ सूक्ष्म जीव ने, चाहे कोई जीव जंतु है, चाहे कोई जानवर है, चाहे कोई पौधा है, वो परमात्मा का ही रूप ने, परमात्मा की ही एक्सप्रैशन ने। तो फिर सारा होलिज्म जिहड़ा है, आप जिस किस्म का गल कर रहे हैं उन्होंने नाम टुटन दी है कि वो सारा होलिज्म कितना गहरा है कि वननेस वही है। एक ओंकार का मतलब है सिर्फ वही है, बाकी सब ਉਹਦੇ ਰੂਪ ਨੇ, ਉਹਨਾਂ ਰੂਪਾਂ ਰਾਹੀਂ ਉਹ ਆਪਣੇ ਆਪ ਨੂੰ ਰੂਪਮਾਨ ਕਰ ਰਿਹਾ, ਬਸ ਇੰਨਾ ਹੀ ਫਰਕ ਹੈ। ਰੂਪਮਾਨ ਕਰ ਰਿਹਾ, ਕਿਤੇ ਉਹ ਬਿਨਾਂ, ਕਿਤੇ ਉਹ ਰੂਪ ਹੈ, ਕਿਤੇ ਰੂਪ ਹੈ। ਰੂਪ ਜਿਹੜਾ ਹੈ ਆਕਾਸ਼ ਦਾ ਊਰਜਾ ਦਾ ਭਰਿਆ ਹੋਇਆ ਆਕਾਸ਼ ਰੂਪ ਹੈ, ਉਹਦਾ ਕੋਈ ਰੂਪ ਨਹੀਂ ਹੈ। ਅੱਗੇ ਅੱਡ ਰੂਪ ਨੇ, ਫਿਰ ਉਹਦੇ ਕੋਈ 84 ਲੱਖ ਕਹਿੰਦਾ, ਕੋਈ ਕਿੰਨੇ ਕਹਿੰਦਾ, ਉਹ ਰੂਪ ਨੇ। ਇਹ ਹੈ ਹੋਲ। ਜਦੋਂ ਵਨਨੈਸ ਦਾ ਰਿਸ਼ਤਾ ਹੈ ਤਾਂ ਫਿਰ ਹੋਲ ਕਿਉਂ ਨਹੀਂ ਹੋਏਗਾ? ਹੋਲ ਤਾਂ ਹੋਏਗਾ ਹੀ ਹੋਏਗਾ, ਕਿਉਂਕਿ ਉਹਦੇ ਆਪਸ 'ਚ ਇੰਨਾ ਗਹਿਰਾ ਰਿਸ਼ਤਾ ਹੈ। ਉਹ ਰਿਸ਼ਤਾ ਬਹੁਤ, ਇਸ ਤੋਂ ਵੱਡਾ ਗਹਿਰਾ ਕੀ ਹੋ ਸਕਦਾ ਕਿ ਹੈ ਹੀ ਇੱਕੋ ਹੈ, ਦੋ ਹੈ ਹੀ ਨਹੀਂ। ਉਹ ਜਿਹੜਾ ਹੈ ਉਹਨੂੰ ਆਪਾਂ ਯਾਦ ਰੱਖੀਏ ਕਿ ਸਾਡੇ ਕੋਲੇ ਜਿਹੜਾ ਗੁਣ ਹੈ, ਇਹ ਸਾਨੂੰ ਉਸ ਗੱਲ ਦੀ ਸਮਝ ਆ ਗਈ ਜਿਹੜੀ ਆ ਕੇ ਸਾਡੇ ਉਪਨਿਸ਼ਦਾਂ ਦੇ ਰਿਸ਼ੀ ਕਹਿੰਦੇ ਨੇ। ਪਹਿਲਾਂ ਸਾਡੇ ਕੋਲ 5,000 ਸਾਲ ਪਹਿਲਾਂ ਕਹਿ ਗਏ, ਫਿਰ ਬੁੱਧ ਨੇ ਕਹੀ ਸਾਨੂੰ, ਫਿਰ ਸਾਨੂੰ ਸੂਫੀਜ਼ਮ ਨੇ ਕਹੀ, ਫਿਰ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਕਹੀ। ਤੇ ਸਾਰੀ ਗੱਲ ਬਾਰ-ਬਾਰ ਕਹਿੰਦੇ ਜਦੋਂ ਸਾਨੂੰ ਸਮਝ ਆਉਣ ਲੱਗੀ, ਸਾਡੀ ਸਭਿਅਤਾ ਦੇ ਬਹੁਤ ਸਾਰੇ ਲੋਕਾਂ ਨੂੰ ਸਮਝ ਆਈ, ਤਾਂ ਉਹਦੇ 'ਚੋਂ ਬਹੁਤ ਸੁੰਦਰ ਫਿਰ ਜਿਹੜੇ ਗ੍ਰੰਥ ਨਿਕਲੇ, ਬਹੁਤ ਸੁੰਦਰ ਰਚਨਾ ਨਿਕਲੀ, ਬਹੁਤ ਸੁੰਦਰ ਸਭਿਅਤਾਵਾਂ ਨਿਕਲੀਆਂ। ਜਿਹੜੀ ਹੁਣ ਜਿਸ ਸਭਿਅਤਾ ਦੇ ਅਸੀਂ ਵਾਰਿਸ ਹਾਂ, ਬਹੁਤ ਹੀ ਸੁੰਦਰ ਸਭਿਅਤਾ ਸੀ, ਜਿਹਨੂੰ ਸਿੰਧ ਘਾਟੀ ਦੀ ਸਭਿਅਤਾ ਕਹਿੰਦੇ ਆ। ਬਹੁਤ ਹੀ ਅਮੀਰ ਸਭਿਅਤਾ ਰਹੀ ਹੈ, ਹੁਣ ਵੀ ਅਮੀਰ ਹੈ। ਬਸ ਹੁਣ ਉਹਦੇ ਕੁਛ ਜਿਹੜੇ ਕਰੂਪਤਾ ਹੈ, ਕਈ ਵਾਰੀ ਉਹ ਜ਼ਿਆਦਾ ਭਾਰੂ ਹੋ ਜਾਂਦੀ ਹੈ, ਲੇਕਿਨ ਹੁਣ ਵੀ ਸਭਿਅਤਾ ਬਹੁਤ ਅਮੀਰ ਸਭਿਅਤਾ ਹੈ। ਤਾਂ ਇਹ ਸੀ ਜਿਹੜੀ ਕਿਤੇ ਸਿੰਗਲ ਜਿਹੜੀ ਤਾਂ ਇਹ ਵਿਗਿਆਨ ਹੈ ਸਾਰਾ। ਤਾਂ ਇਹ ਵਿਗਿਆਨ ਜਿਹੜਾ ਹੈ ਕਿਤੇ ਨਾ ਕਿਤੇ ਆਪਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਾਂ ਇੱਧਰ ਜ਼ਿਆਦਾ ਭਟਕ ਗਏ। ਤਾਂ ਮੈਂ ਇਸ ਗੱਲ ਤੇ ਬਾਰ-ਬਾਰ ਇਸ ਕਰਕੇ ਸਟ੍ਰੈਸ ਕਰ ਰਿਹਾ ਕਿ ਇਹੋ ਜਿਹੀ ਗਲਤੀ ਬਿਲਕੁਲ ਨਹੀਂ ਕਰਨੀ
ਕਿ ਇਹ ਤਾਂ ਜੀ ਕਿਸੇ ਖਾਸ ਬੰਦੇ ਦੀ ਖਾਸ ਗੁਣ ਹੈ ਕੋਈ, ਤੇ ਉਹਨੇ ਕੋਈ ਕੱਢ ਲਿਆ, ਕਾਢ ਕੱਢ ਲਈ ਹੈ, ਤੇ ਹੁਣ ਬਸ ਉਹੀ ਉਹੀ ਕਰੇਗਾ ਸਾਰਾ ਦੁਨੀਆ ਦਾ ਪਾਰ ਉਤਾਰਾ। ऐसा कुछ नहीं है। विज्ञान है, ਵਿਗਿਆਨ ਨੂੰ ਅਸੀਂ ਮਲਟੀਪਲਾਈ ਕਰਾਂਗੇ ਤਾਂ ਵਿਗਿਆਨ ਨੂੰ ਜਿਹੜਾ ਵੀ ਬੰਦਾ ਸਿੱਖ ਲੇਗਾ ਉਹਦੇ ਹੱਥ 'ਚ ਉਹ ਵਿਗਿਆਨ ਤਾਕਤ ਬਣ ਜਾਏਗਾ। ਇਸੇ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਵੱਧ ਤੋਂ ਵੱਧ ਬੰਦੇ ਨੂੰ ਸਿਖਾਈਏ, ਕਿਉਂਕਿ ਇੱਕ ਬੰਦੇ ਦੀ, ਕਿਸੇ ਵਿਅਕਤੀ ਵਿਸ਼ੇਸ਼ ਦੀ ਇੱਕ ਸੀਮਤ ਉਮਰ ਹੁੰਦੀ ਹੈ। ਉਹ ਸੀਮਤ ਉਮਰ ਦੇ ਬਾਅਦ ਉਹ ਵਿਅਕਤੀ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੁੰਦਾ, ਤੇ ਉਹਦੀ ਜਿਹੜੀ ਰਵਾਇਤ ਹੈ, ਉਹਦੀ ਜਿਹੜੀ ਟ੍ਰੈਡੀਸ਼ਨ ਹੈ, ਉਹਦੇ ਅੰਦਰ ਜੋ ਸਮਝ ਆਈ ਹੈ, ਉਹ ਕੁਦਰਤ ਕੋਸ਼ਿਸ਼ ਕਰਦੀ ਹੈ ਕਿ ਉਹਦੇ ਚੋਂ ਕੱਢ ਲਈਏ, ਕੱਢ ਲਵੇ ਉਹ। ਸਾਨੂੰ ਸ਼ਾਇਦ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੋਏਗਾ ਜਿਹੜੇ ਨਾਲ ਰਿਲੇਟਡ ਨੇ, ਕਿ ਜਦੋਂ ਪਹਿਲਾਂ ਪੌਦਾ ਵੱਡਾ ਹੁੰਦਾ, ਕੁਦਰਤ ਨੂੰ ਬਹੁਤ ਤਾਕਤ ਦਿੰਦੀ ਵੱਡਾ ਹੋਣ ਦੀ, ਤਾਂ ਦੱਬ ਕੇ ਫੁੱਲ ਲਾਉਂਦੀ, ਦੱਬ ਕੇ। ਦੇਖੇ ਹੋਣੇ ਅੰਬਾਂ ਵਾਲੀਆਂ ਅੰਬੀਆਂ ਨੂੰ ਬੂਰ ਪਿਆ ਹੋਇਆ, ਅੰਬਾਂ ਨੂੰ ਕਿੰਨਾ ਬੂਰ ਪੈਂਦਾ, ਮਤਲਬ ਸੰਭਾਲਿਆ ਨਹੀਂ ਜਾਂਦਾ ਬੂਰ ਦਰਖਤਾਂ ਤੋਂ। ਫਿਰ ਉਹ ਬੂਰ ਥੋੜਾ ਜਿਹਾ ਝੜਨ ਲੱਗ ਜਾਂਦਾ ਜਿਵੇਂ ਜਿਵੇਂ ਤੇਜ਼ ਹਵਾਵਾਂ ਚੱਲਦੀਆਂ ਨੇ। ਫਿਰ ਥੋੜਾ ਹੋਰ ਜਦੋਂ ਵੱਡੇ ਹੁੰਦੇ ਆ, ਅੰਬੀਆਂ ਲੱਗਣ ਲੱਗ ਜਾਂਦੀਆਂ, ਫਿਰ ਉਹ ਵੀ ਝੜ ਜਾਂਦੀਆਂ, ਤਾਂ ਹੋਰ ਤੇਜ਼ ਹਵਾ ਚੱਲਦੀ ਹੈ, ਕੱਚੀਆਂ ਅੰਬੀਆਂ ਕਰਦੀਆਂ ਨੇ। ਫਿਰ ਬਣਦੇ ਅਲਟੀਮੇਟਲੀ ਫਿਰ ਜਦੋਂ ਪੂਰੇ ਪੱਕ ਜਾਂਦੇ ਆ ਅੰਬ, ਫਿਰ ਬਹੁਤ ਥੋੜੇ ਰਹਿ ਜਾਂਦੇ ਆ, ਤੇ ਪੂਰਾ ਜਿਹਨੂੰ ਕੁਦਰਤ ਕਹਿੰਦੀ ਹੈ, ਪੂਰਾ ਉਹਨੂੰ ਮਾਲਾ ਮਾਲ ਕਰਦੀ ਹੈ। ਉਹਦੇ ਆਲੇ ਦੁਆਲੇ ਜੋ ਜੀਵ ਜੰਤੂ ਹੁੰਦਾ, ਉਹ ਵੀ ਉਹਦਾ ਫਾਇਦਾ ਉਠਾਉਂਦਾ। ਤੇ ਜਦੋਂ ਦਰਖਤ ਸੁੱਕਣ ਤੇ ਆ ਜਾਂਦਾ ਹੈ, ਦਰਖਤ ਚਲੋ ਜਿਹੜੇ ਵੱਡੇ ਦਰਖਤ ਨੇ ਤਾਂ ਬਹੁਤ ਸਾਰੇ ਸੁੱਕਦੇ ਨਹੀਂ ਨਾ, ਲੇਕਿਨ ਜਿਹੜੀ ਸਾਲਾਨਾ ਫਸਲ ਹੈ ਸਾਡੀ, ਜਿਵੇਂ ਕਣਕ ਵਰਗੀ ਫਸਲ ਹੈ, ਜਦੋਂ ਉਹ ਬੀਜ ਪੱਕ ਜਾਂਦੇ ਆ, ਤਾਂ ਫਿਰ ਜਿਹੜੀ ਕੁਦਰਤ ਹੁੰਦੀ ਹੈ, ਜਿਹਦੀ ਧਰਤੀ ਚੋਂ ਤਾਕਤ ਗਈ ਹੁੰਦੀ ਹੈ, ਉਹਨੂੰ ਖਿੱਚ ਲੈਂਦੀ ਵਾਪਸ। ਜਦੋਂ ਪੌਦਾ ਸੁੱਕਦਾ ਉਹ, ਉਹਦੀ ਇਹ ਨੋਨ ਹੈ ਵਿਗਿਆਨ ਦੇ ਅੰਦਰ ਕਿ ਉਹਦੇ ਜਿਹੜਾ ਜਿੰਨੇ ਕੋਈ ਤੱਤ ਹੁੰਦੇ ਆ, ਕੁਦਰਤ ਖਿੱਚ ਕੇ ਧਰਤੀ 'ਚ ਵਾਪਸ ਲੈ ਜਾਂਦੀ ਹੈ ਉਹਨੂੰ। ਕਿਉਂ ਲੈਂਦੀ ਹੈ ਵਾਪਸ? ਕਿਉਂਕਿ ਉਸ ਪੌਦੇ ਦੀ ਲੋੜ ਪੂਰੀ ਹੋ ਗਈ, ਹੁਣ ਦਾਣੇ ਪੱਕ ਗਏ ਆ, ਹੁਣ ਅਗਲੀ ਪੀੜ੍ਹੀ ਤੱਕ ਉਹਦੀ ਅਗਲੀ ਪੀੜ੍ਹੀ ਸ਼ੁਰੂ ਹੋਣੀ ਹੈ। ਸਿਰਫ ਦਾਣਿਆਂ ਦੀ ਲੋੜ ਹੈ, ਬਾਕੀ ਪੌਦੇ ਦੇ ਅੰਦਰ ਤਾਕਤ ਦੀ ਲੋੜ ਨਹੀਂ ਹੈ। ਕੁਦਰਤ ਉਹਨਾਂ ਜਿਹੜੇ ਖੁਰਾਕੀ ਤੱਤ ਨੇ ਉਹਨਾਂ ਨੂੰ ਵਾਪਸ ਧਰਤੀ 'ਚ ਖਿੱਚ ਲੈਂਦੀ, ਤਾਂ ਕਿ ਅਗਲੀ ਵਾਰ ਕੰਮ ਆਉਣਗੇ। ਇਸ ਲਈ ਮਨੁੱਖਤਾ ਤੋਂ ਵੀ ਕਰਦੀ ਹੈ ਕੁਦਰਤ ਜਦੋਂ ਕੋਈ ਵਿਅਕਤੀ ਪ੍ਰੌੜ ਹੋ ਜਾਂਦਾ ਹੈ, ਸਿਆਣੀ ਉਮਰ ਦਾ ਹੋ ਜਾਂਦਾ ਹੈ, ਤਾਂ ਕੁਦਰਤ ਇਹ ਕੋਸ਼ਿਸ਼ ਕਰਦੀ ਹੈ ਕਿ ਉਹਦੇ ਚੋਂ ਵੱਧ ਤੋਂ ਵੱਧ ਖਿੱਚ ਕੇ ਉਹਨੂੰ ਫੈਲਾਇਆ ਜਾਵੇ, ਤਾਂ ਕਿ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚ ਜਾਵੇ, ਕਿ ਉਹ ਕਿਤੇ ਵੇਸਟ ਨਾ ਹੋ ਜਾਵੇ, ਉਹ ਕਿਤੇ ਅਜਾਈ ਨਾ ਚਲਾ ਜਾਵੇ, ਉਹਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਜਾਵੇ। ਤੇ ਉਹੀ ਕੋਸ਼ਿਸ਼ ਜਿਹੜੀ ਹੈ ਉਹ ਆਪਾਂ ਕਰ ਰਹੇ ਹਾਂ, ਉਸੇ ਕੁਦਰਤ ਦੀ ਭਾਸ਼ਾ ਨੂੰ ਸਮਝਦੇ ਹੋਏ ਕਿ ਆਪਾਂ ਜੋ ਜਿੰਨੀ ਸਮਝ ਆਈ ਹੈ ਉਨੀ ਕੁ ਸਮਝ ਆਪਾਂ ਅੱਗੇ ਕਰੀਏ, ਤਾਂ ਕਿ ਲੱਗੇ ਲਗਾਤਾਰਤਾ ਬਣੀ ਰਹੇ। ਜ਼ਿੰਦਗੀ ਦੀ ਲਗਾਤਾਰਤਾ ਬਣੀ ਰਹਿਣੀ ਬਹੁਤ ਜ਼ਰੂਰੀ ਹੁੰਦੀ ਹੈ। ਜੀਵਨ ਚੱਲਦਾ ਰਹਿੰਦਾ, ਜੀਵਨ ਦੇ ਅੰਦਰ ਵਿਅਕਤੀ ਵਿਸ਼ੇਸ਼ ਆਉਂਦੇ ਆ, ਮਹਾਨ ਰਿਸ਼ੀ ਮੁਨੀ ਗੁਰੂ ਸਾਹਿਬਾਨ ਆਏ, ਆਪਣੀ ਉਮਰ ਭੋਗ ਕੇ ਉਹਨਾਂ ਨੂੰ ਵੀ ਜਾਣਾ ਸੀ, ਪਰ ਉਹ ਜਾਣ ਤੋਂ ਪਹਿਲਾਂ ਆਪਣੇ ਪਿੱਛੇ ਇੱਕ ਐਸੀ ਰਵਾਇਤ ਛੱਡ ਗਏ, ਐਸਾ ਕੋਈ ਉਹਦਾ ਆਪਣਾ ਡਿਸੈਂਡੈਂਟ ਛੱਡ ਗਏ, ਐਸਾ ਕੋਈ ਮੰਨਣ ਵਾਲੇ ਛੱਡ ਗਏ ਜਿਨ੍ਹਾਂ ਨੇ ਉਸਨੂੰ ਅੱਗੇ ਤੋਰਿਆ। ਇੱਕ ਸੁੰਦਰ ਗੁਰੂ ਸਾਹਿਬ ਨੇ ਇਕੱਲਿਆਂ ਨੇ ਸਫ਼ਰ ਸ਼ੁਰੂ ਕੀਤਾ ਸੀਗਾ, ਗੁਰੂ ਨਾਨਕ ਸਾਹਿਬ ਨੇ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਹੁੰਚੀ ਗੱਲ, ਤਾਂ ਦੇਖੋ ਕਿਆ ਸੁੰਦਰ ਇੱਕ ਕੌਮ ਦੀ ਰਚਨਾ ਹੋਈ, ਔਰ ਉਹ ਕੌਮ ਅੱਜ ਤੱਕ ਇੱਕ ਦੁਨੀਆ ਦੇ ਵਿੱਚ ਸ਼ਾਈਨਿੰਗ ਕੌਮ ਹੈ। ਤਾਂ ਉਹ ਸਾਰੇ ਦਾ ਸਾਰਾ ਇੱਦਾਂ ਹੀ ਚੱਲਦਾ। ਕਿਸ ਤਰ੍ਹਾਂ ਹੋਇਆ ਕਿ ਪੀੜ੍ਹੀ ਦਰ ਪੀੜ੍ਹੀ ਅੱਗੇ ਉਹ ਰਵਾਇਤ ਚੱਲੀ, ਉਹ ਰਵਾਇਤ ਨੇ ਉਹਨੂੰ ਫੜ ਲੱਗਿਆ। ਇਹ ਕੋਸ਼ਿਸ਼ 'ਚ ਆਪਾਂ ਅੱਗੇ 'ਚ ਲੱਗੇ ਹੋਏ ਹਾਂ ਕਿ ਆਪਾਂ ਜਿੰਨੀ ਸਮਝ ਬਣੀ ਹੈ, ਜਿੰਨੀ ਸਮਝ ਆਈ ਹੈ, ਉਹ ਸਮਝ ਨੂੰ ਅੱਗੇ ਪਹੁੰਚਾਈਏ, ਤਾਂ ਕਿ ਅਗਲੀ ਪੀੜ੍ਹੀ ਜਿਹੜੀ ਉਹਨੂੰ ਪਿਕਅਪ ਕਰੇ, ਉਹਨੂੰ ਲਾਗੂ ਕਰੇ। ਤੋ ਇਹ ਮੈਂ ਇਸ ਕਰਕੇ ਥੋੜਾ ਜਿਹਾ ਜ਼ੋਰ ਦੇ ਕੇ ਲਾਇਆ ਕਿ ਮੈਨੂੰ ਬਹੁਤ ਬਾਰ ਇਸ ਗੱਲ ਦੀ ਸੰਭਾਵਨਾ ਲੱਗ ਰਹੀ ਹੈ ਕਿ ਆਪਾਂ ਕਿਤੇ ਇੱਕ ਬੰਦੇ ਵੱਲ ਦੇਖਣਾ ਨਾ ਸ਼ੁਰੂ ਕਰ ਦਈਏ ਕਿ ਉਹ ਹੀ ਕਰੇਗਾ ਸਭ ਕੁਝ। ਉਹ ਆਪਾਂ ਕੋਸ਼ਿਸ਼ ਕਰਕੇ ਇਹਨੂੰ ਸਿੱਖੀਏ, ਵੱਧ ਤੋਂ ਵੱਧ ਥਾਵਾਂ ਤੋਂ ਆਸੇ-ਪਾਸੇ ਵੀ ਪੜ੍ਹੀਏ। ਜ਼ਰੂਰੀ ਨਹੀਂ ਗੱਲ ਵੀ ਇੱਕ ਬੰਦੇ ਨੇ ਬੋਲਿਆ ਤਾਂ ਸਿਰਫ ਉਹਦੀ ਗੱਲ ਹੀ ਕੋਈ ਫਾਈਨਲ ਹੋਗੀ। ਬਹੁਤ ਪਦਾਰਥ, ਬਹੁਤ ਜਿਹੜਾ ਮਟੀਰੀਅਲ, ਬਹੁਤ ਗਿਆਨ ਪਿਆ ਆਸ-ਪਾਸ, ਉਹਨੂੰ ਪੜ੍ਹ ਕੇ, ਕਿਉਂਕਿ ਇੱਕ ਵਿਅਕਤੀ ਦਾ ਗਿਆਨ ਜਦੋਂ ਕਿਸੇ ਇੱਕ ਥਾਂ ਤੋਂ ਲਿਆ ਹੁੰਦਾ ਤਾਂ ਦੂਜਾ ਵਿਅਕਤੀ ਜਦੋਂ ਉੱਤੇ ਕੰਮ ਕਰਦਾ, ਉਹ ਆਪਣਾ ਵੀ ਉਹਦੇ 'ਚ ਕੁਛ ਨਾ ਕੁਛ ਜੋੜਦਾ। ਇਸ ਤਰ੍ਹਾਂ ਦੀ ਅਮੀਰੀ ਉਸ ਗਿਆਨ ਦੀ ਅਮੀਰੀ ਵੱਧਦੀ ਹੈ। ਉਸ ਗਿਆਨ ਦੀ ਅਮੀਰੀ ਵਧਾਓ, ਇਹਨੂੰ ਸਿੱਖੋ ਸਾਰੀ ਗੱਲ ਨੂੰ, ਉਸ ਗਿਆਨ ਦੀ ਅਮੀਰੀ ਵਧਾਓ, ਔਰ ਉਹਦੇ 'ਚ ਕੁਛ ਨਾ ਕੁਛ ਐਡ ਕਰੋ, ਤੇ ਉਹਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਫੈਲਾਓ। ਔਰ ਬੜੀ ਖੁਸ਼ੀ ਦੀ ਗੱਲ ਹੈ ਇੱਥੇ ਸਾਰੇ ਦੋਸਤਾਂ ਨੂੰ ਜਿਹੜੀ ਹੈ ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਗੱਲ ਜਿਹੜੀ ਹੈ ਫੈਲਣੀ ਸ਼ੁਰੂ ਹੋ ਗਈ ਹੈ।
ਔਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਅਸੀਂ ਸਾਰੇ ਉਸ ਮੁਹਿੰਮ ਦਾ ਹਿੱਸਾ ਹਾਂ ਜਿਹੜੇ ਇਸ ਨੂੰ ਤੇਜ਼ੀ ਨਾਲ ਫੈਲਾ ਰਹੇ ਨੇ, ਤੇ ਉਹ ਹੋਰ ਨੂੰ ਤੇਜ਼ੀ ਨਾਲ ਕਰੀਏ, ਕਿਉਂਕਿ ਸਾਡੇ ਕੋਲੇ ਵਕਤ ਜਿਹੜਾ ਹੈ ਬਹੁਤ ਜ਼ਿਆਦਾ ਨਹੀਂ ਹੈ, ਕਿਉਂਕਿ ਨੁਕਸਾਨ ਬਹੁਤ ਹੋ ਚੁੱਕਾ ਹੈ। ਤੇ ਉਹਦੇ 'ਚ ਦੁੱਖ ਦਰਦ ਬਹੁਤ ਹੁੰਦਾ ਫਿਰ ਜਦੋਂ ਨੁਕਸਾਨ ਹੋ ਜਾਂਦਾ ਹੈ ਸੱਭਿਅਤਾਵਾਂ ਦਾ ਜਾਂ ਕੁਦਰਤੀ ਸਰੋਤਾਂ ਦਾ। ਉਹਦੇ 'ਚ ਫਿਰ ਦੁੱਖ ਦਰਦ ਬਹੁਤ ਹੁੰਦਾ ਹੈ। ਬਹੁਤ ਸਾਰੇ ਬੱਚੇ ਅਪੰਗ ਹੋ ਰਹੇ ਹੈ, ਬਹੁਤ ਸਾਰੇ ਲੋਕ ਬਿਮਾਰ ਹੋ ਰਹੇ ਹੈ, ਬਹੁਤ ਸਾਰੇ ਲੋਕ ਉਮਰ ਤੋਂ ਪਹਿਲਾਂ ਜਿਹੜੇ ਨੇ ਉਹ ਆਪਣੀ ਉਮਰ ਪੂਰੀ ਨਹੀਂ ਭੋਗ ਪਾ ਰਹੇ। ਤੇ ਇਹਨਾਂ ਦੁੱਖ ਦਰਦ ਜਿਹੜਾ ਹੈ ਉਹ ਘਟਾਉਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਪੂਰੀ ਤਨਦੇਹੀ ਦੇ ਨਾਲ ਜਿਹੜਾ ਹੈ ਸਾਰੀ ਗੱਲ ਨੂੰ ਅੱਗੇ ਅੱਗੇ ਫੈਲਾਈਏ, ਤਾਂ ਕਿ ਜਿਹੜੀ ਇੱਕ ਬੇਆਸ ਜੀ ਹਾਲਾਤ ਬਣ ਚੁੱਕੇ ਸੀਗੇ ਉਹ ਕਿਤੇ ਕਿਸੇ ਆਸ ਵਿੱਚ ਬਦਲ ਜਾਣ, ਤੇ ਉਹ ਆਸ ਜਿਹੜੀ ਹੈ ਬੂਰ ਲੱਗੇ, ਉਹਨੂੰ ਫਲ ਲੱਗੇ, ਔਰ ਜਿਹੜੀ ਮਨੁੱਖਤਾ ਹੈ ਉਹਨੂੰ ਉਸਦੇ ਫਲਾਂ ਨੂੰ ਮਾਣੇ ਔਰ ਤੰਦਰੁਸਤ ਰਹੇ, ਔਰ ਆਪਣੇ ਆਲੇ ਦੁਆਲੇ ਵਿੱਚ ਬਹੁਤ ਸਿਹਤਮੰਦ ਜਿਹੜਾ ਹੈ ਹੱਸਦਾ ਵਸਦਾ ਦਾ ਸਮਾਜ ਖੜਾ ਕਰੀਏ। ਇਹ ਇਸ ਕਰਕੇ ਮੈਂ ਗੱਲ ਨੂੰ ਜਿਹੜੀ ਇਦਾਂ ਕੀਤਾ ਸੀ। ਤੇ ਹੁਣ ਥੋੜੀ ਗੱਲ ਜਿਹੜੀ 7 ਖਾਣਿਆਂ ਦੀ ਕਰਦੇ ਸੀ ਆਪਾਂ, ਕਿ 7 ਖਾਣੇ ਦੇ ਅੰਦਰ ਮੈਂ ਫਿਰ ਦੁਬਾਰਾ ਰਿਪੀਟ ਕਰਦਾ, ਜਿਹੜੀ ਪਿਛਲੀ ਵਾਰੀ ਗੱਲ ਹੋਈ ਸੀ ਉਹਨੂੰ ਸਮਰੀ ਉਹਦੀ ਸਮਰੀ ਜਿਹੜੀ ਹੈ ਕਿ ਕੀ 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 ਨਹੀਂ ਖਾਣਾ, ਪਹਿਲਾਂ ਤਾਂ ਕੀ ਨਹੀਂ ਕਰਨਾ, ਜਿਹੜੀਆਂ ਗੰਦੀਆਂ ਚੀਜ਼ਾਂ ਕੁਛ ਅਡਾਪਟ ਕਰਨੀਆਂ ਨੇ ਉਹ ਛੱਡਣੀਆਂ ਨੇ। ਔਰ ਛੱਡਣ ਦੇ ਅੰਦਰ ਇੱਕ ਜਿਹੜੀ ਵਿਗਿਆਨ ਹੈ, ਬਹੁਤ ਹੀ ਸੁੰਦਰ ਵਿਗਿਆਨ ਹੈ, ਕਿ ਕੋਈ ਵੀ ਗੰਦੀ ਆਦਤ ਛੱਡਣੀ ਹੋਵੇ ਉਹਨੂੰ 21 ਦਿਨ ਛੱਡ ਦਿਓ। ਜਿਹੜੀ ਸਾਈਕੋਲੋਜੀ ਦੀ ਜਿਹੜੀ ਸਾਇੰਸ ਹੈ ਉਹ ਕਹਿੰਦੀ ਹੈ ਕਿ ਤੁਸੀਂ ਕੋਈ ਗੰਦੀ ਆਦਤ ਛੱਡਣੀ ਹੋਵੇ ਉਹਨੂੰ 21 ਦਿਨ ਦਾ ਡਿਸਪਲਿਨ ਫੋਲੋ ਕਰ ਲਓ। 22ਵੇਂ ਦਿਨ ਤੁਹਾਡੇ ਜਿਹੜੇ ਉਹ ਆਦਤ ਹੈ ਉਹ ਇੰਨੀ ਕਮਜ਼ੋਰ ਪੈ ਜਾਂਦੀ ਹੈ ਕਿ ਤੁਹਾਡੇ ਨਾਲ ਜ਼ਬਰਦਸਤੀ ਕੁਝ ਨਹੀਂ ਕਰ ਸਕਦੀ, ਫਿਰ ਬਹੁਤ ਕਮਜ਼ੋਰ ਹੋ ਜਾਂਦੀ ਹੈ, ਲਗਭਗ ਗਿਰ ਜਾਂਦੀ ਹੈ। ਇਸ ਕਰਕੇ ਜਿਹੜੇ ਦੋਸਤਾਂ ਨੂੰ ਇਹ ਔਖਾ ਲੱਗੇ, ਕੋਈ ਕਹਿੰਦਾ ਮੈਂ ਸ਼ਰਾਬ ਨਹੀਂ ਛੱਡ ਸਕਦਾ, ਕੋਈ ਕਹਿੰਦਾ ਮੈਂ ਤਾਂ ਮੁਰਗਾ ਖਾਣਾ ਨਹੀਂ ਛੱਡ ਸਕਦਾ, ਕੋਈ ਕਹਿੰਦਾ ਮੈਂ ਚਾਹ ਪੀਣਾ ਨਹੀਂ ਛੱਡ ਸਕਦਾ, ਕੋਈ ਕਹਿੰਦਾ ਦੁੱਧ ਪੀਣਾ ਨਹੀਂ, ਤਾਂ ਉਹਨਾਂ ਸਾਰੇ ਦੋਸਤਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ 21 ਦਿਨ ਦਾ ਡਿਸਪਲਿਨ ਬੇਹੱਦ ਜ਼ਰੂਰੀ ਹੈ। 21 ਦਿਨ ਫੋਲੋ ਕਰ ਲਓ, 22ਵੇਂ ਦਿਨ ਤੁਹਾਡੀ ਸਰੀਰ ਆਪਣੇ ਆਪ ਤੋਂ ਤੁਹਾਨੂੰ ਸੁਨੇਹਾ ਦੇ ਦੇਗਾ ਕਿ ਕੋਈ ਗੱਲ ਨਹੀਂ ਬੱਚੇ, ਸ਼ਾਬਾਸ਼, ਕੋਈ ਲੋੜ ਨਹੀਂ ਤੈਨੂੰ ਆਪਣੀ ਗੰਦੀ ਆਦਤ ਨਾਲ ਚਿਪਕੇ ਰਹਿਣ ਦੀ, ਹੁਣ ਤੂੰ ਨਵਾਂ ਇਨਸਾਨ ਬਣ ਗਿਆ, ਨਵੀਂ ਆਦਤਾਂ ਪੈ ਗਈਆਂ, ਹੁਣ ਤੂੰ ਚੱਲ ਅੱਗੇ ਚੱਲ। ਕੁਦਰਤ ਆਪਣੇ ਆਪ ਹੀ ਤੁਹਾਨੂੰ ਮਦਦ ਦੇਗੀ, ਸੰਭਾਲ ਲੇਗੀ। ਇੱਕ ਦਿਨ ਦਾ ਡਿਸਪਲਿਨ ਆਪਣਾ ਜਿਹੜੇ ਮਨ ਦਾ ਜਿਹੜਾ ਬਣਿਆ ਹੋਇਆ ਹੁੰਦਾ, ਆਦਤ ਹੁੰਦੀ ਹੈ ਕਿ ਜਿਹੜੀ ਗੱਲ ਤੁਸੀਂ ਰੋਜ਼ ਕਰਦੇ ਹੋ ਉਦਾਂ ਹੀ ਕਰਨੀ ਚਾਹੁੰਦਾ, ਉਸ ਆਦਤ ਤੋਂ ਛੁਟਕਾਰਾ ਪਾਉਣ ਲਈ 21 ਦਿਨ ਦਾ ਡਿਸਪਲਿਨ ਜਿਹੜਾ ਬੇहद ਜ਼ਰੂਰੀ ਹੁੰਦਾ। ਕੋਈ 21 ਦਿਨ ਦਾ ਡਿਸਪਲਿਨ ਜ਼ਰੂਰ ਰੱਖੋ। ਜਿਹੜੀ ਚੀਜ਼ ਨਹੀਂ ਖਾਣੀ ਤਾਂ ਨਹੀਂ ਖਾਣੀ, ਉਹ ਚ ਕੁਛ ਜਿਹੜੀਆਂ ਨਹੀਂ ਕਰਨੀਆਂ ਉਹ ਕੀ ਨੇ, ਇੱਕ ਤਾਂ ਸਾਡੇ ਪੰਜਾਬ ਦੇ ਅੰਦਰ ਸ਼ਰਾਬ ਪੀਣ ਦੀ ਬਹੁਤ ਜ਼ਿਆਦਾ ਰਿਵਾਜ ਆ। ਸ਼ਰਾਬ ਪੀਣ ਵਾਲੇ ਬੰਦੇ ਨੂੰ ਮੇਰੀ ਬੇਨਤੀ ਹੈ ਕਿ ਸ਼ਰਾਬ ਨੂੰ ਜਸਟੀਫਾਈ ਕਰਨ ਲਈ ਲੋਕ ਭਾਂਤ ਦੀਆਂ ਦਲੀਲਾਂ ਦਿੰਦੇ ਆ ਕਿ ਉਹ ਜੀ ਫਲਾਣੇ ਥਾਂ ਤੇ ਲਿਖਿਆ 2 ਪੈਗ ਪੀਣੇ ਠੀਕ ਨੇ, 1 ਪੈਗ ਪੀਣਾ ਠੀਕ ਹੈ, ਇਹ ਹੈ ਜੀ, ਉਹ ਹੈ ਜੀ। ਕੁਛ ਨਹੀਂ ਹੈ, ਦਾਰੂ ਸ਼ਰਾਬ ਹੀ ਹੈ, ਉਹ ਕਿਸੇ ਵੀ ਮਾਤਰਾ ਨੁਕਸਾਨ ਕਰਦੀ ਹੈ। ਹਾਂ, ਘੱਟ ਪੀਵਾਂਗੇ ਘੱਟ ਨੁਕਸਾਨ ਕਰੇਗੀ, ਵੱਧ ਪੀਵਾਂਗੇ ਵੱਧ ਨੁਕਸਾਨ ਕਰੇਗੀ, ਉਹ ਠੀਕ ਹੈ। ਇਹ ਨਹੀਂ ਹੈ ਕਿ ਜੇ ਘੱਟ ਪੀਵਾਂਗੇ ਉਹ ਵੀ ਉਹਨਾਂ ਨੂੰ ਨੁਕਸਾਨ ਕਰੇਗੀ, ਤੇ ਜੇ ਰੋਜ਼ ਪੀਣ ਲੱਗ ਜਾਓਗੇ ਉਹ ਵੀ ਉਹਨਾਂ ਨੂੰ ਫਾਇਦਾ ਨਹੀਂ ਹੈ। ਜਿਹੜਾ ਬੰਦਾ ਰੋਜ਼ ਹੀ ਦਾਰੂ ਪੀਂਦਾ ਉਹਨੂੰ ਵੱਧ ਨੁਕਸਾਨ ਹੋਏਗਾ, ਜਿਹੜਾ ਦਿਨ ਛੱਡ ਕੇ ਪੀਂਦਾ ਉਹਨੂੰ ਘੱਟ ਹੋਏਗਾ, ਜਿਹੜਾ ਮਾਤਰਾ ਵੀ ਘੱਟ ਪੀਂਦਾ ਉਹਨੂੰ ਹੋਰ ਘੱਟ ਹੋਏਗਾ। ਜਿਹੜੀ ਮਾਤਰਾ ਜਿੰਨੀ ਮਾਤਰਾ ਘਟਾਈ ਜਾਓਗੇ, ਜਿੰਨੇ ਦਿਨ ਘਟਾਈ ਜਾਓਗੇ, ਉਨੀ ਜਿਹੜਾ ਨੁਕਸਾਨ ਘਟੀ ਜਾਏਗਾ। ਲੇਕਿਨ ਕਿਸੇ ਵੀ ਮਾਤਰਾ ਤੇ ਸ਼ਰਾਬ ਜਿਹੜੀ ਹੈ ਨੁਕਸਾਨ ਕਰਦੀ ਹੈ। ਕੋਈ ਸ਼ਰਾਬ ਦੀ ਇਹੋ ਜਿਹੀ ਮਾਤਰਾ ਨਹੀਂ ਹੈ ਜਿਹੜੀ ਇਹ ਕਹੇ ਕਿ ਫਾਇਦਾ ਕਰਦੀ ਹੈ। ਉਹਦੇ 'ਚ ਉਹ ਫਾਇਦਾ ਲੋ ਮਾਤਰਾ ਦੇ ਉੱਪਰ ਜਿਹੜੀਆਂ ਵਾਈਨਸ ਨੇ, ਫਰੂਟ ਵਾਈਨਸ ਨੇ, ਉਹਦੇ ਬਾਰੇ ਅਕਸਰ ਕਿਹਾ ਜਾਂਦਾ ਹਾਂ ਉਹਦੇ 'ਚ ਫਾਇਦਾ ਇਹ ਇਸ ਕਰਕੇ ਆਪਾਂ ਕਰ ਸਕਦੇ ਹਾਂ ਕਿ ਫਰੂਟ ਵਾਈਨ ਜਿਹੜੀਆਂ ਨੇ ਉਹਦੇ ਅੰਦਰ ਖੁਰਾਕੀ ਤੱਤ ਹੁੰਦੇ ਆ, ਉਹਦੇ ਅੰਦਰ ਐਂਜ਼ਾਈਮਸ ਹੁੰਦੇ ਆ, ਉਹ ਜਿਹੜਾ ਜਿੰਨਾ ਨੁਕਸਾਨ ਹੋਣਾ ਹੁੰਦਾ ਉਹ ਜਿਹੜੇ ਐਂਜ਼ਾਈਮਸ ਨੇ ਜਿਹੜੇ ਉਹਦੇ 'ਚ ਖੁਰਾਕੀ ਤੱਤ ਨੇ ਉਹਨੂੰ ਕਾਫੀ ਨਿਊਟਰਲਾਈਜ਼ ਕਰ ਲੈਂਦੇ ਆ। ਤੋ ਜੇ ਬੰਦਾ ਵਾਈਨਸ ਪੀਂਦਾ ਸ਼ੁੱਧ ਤਾਂ ਹੋ ਸਕਦਾ ਉਹਨੂੰ ਉਹ ਸ਼ਰਾਬ ਦਾ ਨੁਕਸਾਨ ਘੱਟ ਹੋਵੇ, ਕਿਉਂਕਿ ਉਹਦੇ ਅੰਦਰ ਕੁਝ ਖੁਰਾਕੀ ਤੱਤ ਹੁੰਦੇ ਆ ਵਾਈਨਸ ਵਾਲੇ ਜਿਹੜੇ ਹੁਣ ਪਰ ਸਾਡੇ ਵਰਗੇ ਮੁਲਕ ਦੇ ਅੰਦਰ ਵਾਈਨ ਬਣਾਉਣੀ ਬਹੁਤ ਸੌਖਾ ਕੰਮ ਹੁੰਦੀ ਆ, ਵਾਈਨਸ ਘਰ ਬਣ ਜਾਂਦੀਆਂ ਨੇ। ਜਿਹੜੇ ਬੰਦੇ ਬਹੁਤ ਆਦੀ ਨੇ ਸ਼ਰਾਬ ਪੀਣ ਦੇ ਉਹ ਇਸ ਗੱਲ ਨੂੰ ਟਰਾਈ ਕਰ ਸਕਦੇ ਆ ਜੇ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ।
ਜਾਂ ਬਹੁਤ ਸਾਰੇ ਘਰਾਂ ਦੇ ਅੰਦਰ ਇੱਕ ਜਿਹੜੇ ਲੋਕ ਅੱਜ ਕੱਲ੍ਹ, ਕਿਉਂਕਿ ਸਾਡਾ ਪੰਜਾਬ ਜਿਹੜਾ ਉਹ ਪੱਛਮੀ ਮੁਲਕਾਂ ਦੇ ਬਹੁਤ ਇਨ ਟੱਚ ਹੈ। ਉਹ ਕਦੀ ਸਾਡੇ ਬੰਦੇ ਅਮਰੀਕਾ ਚਲੇ ਜਾਂਦੇ ਆ, ਕਦੀ ਕੈਨੇਡਾ ਚਲੇ ਜਾਂਦੇ ਆ, ਫਿਰ 6 ਮਹੀਨੇ ਇੱਥੇ ਆ ਜਾਂਦੇ, 6 ਮਹੀਨੇ ਇੱਥੇ ਚਲੇ ਜਾਂਦੇ, ਇਹ ਵੀ ਚਾਹੁੰਦੇ ਆ ਕਿਉਂਕਿ ਉੱਥੋਂ ਦੇ ਸਮਾਜ ਦੇ ਅੰਦਰ ਸ਼ਰਾਬ ਬਹੁਤ ਹੀ ਜਿਹਨੂੰ ਕਹਿੰਦੇ ਆ ਘਰ ਦਾ ਵਰਤਾਰਾ, ਆਮ ਜਿਹਾ ਵਰਤਾਰਾ ਹੈ ਕਿ ਸ਼ਰਾਬ ਪੀਣੀ ਹੈ, 2-4 ਬੰਦੇ ਇਕੱਠੇ ਬੈਠਣੇ ਤੇ ਸ਼ਰਾਬ ਜ਼ਰੂਰ ਪੀਣੀ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਛੁਡਵਾ ਸਕਾਂਗੇ ਪੂਰੀ ਤਰ੍ਹਾਂ। ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਇਸ ਗੱਲ ਨੂੰ ਮੰਨਣਾ ਪਏਗਾ ਕਿ ਸ਼ਰਾਬ ਨੂੰ ਸਿਆਣਪ ਨਾਲ ਕਿਵੇਂ ਪੀਣਾ, ਉਹ ਕਲਾ ਵੀ ਸਿੱਖਣੀ ਪੈਣੀ ਹੈ। ਪੰਜਾਬੀਆਂ ਨੇ ਕਾਫੀ ਸਿੱਖ ਲਈ ਹੈ। ਮੈਂ ਇਸ ਗੱਲ ਤੇ ਸ਼ਾਬਾਸ਼ ਵੀ ਦਿੰਦਾ ਪੰਜਾਬੀਆਂ ਨੂੰ ਕਿ ਪੰਜਾਬੀਆਂ ਨੇ ਸ਼ਰਾਬ ਪੀਣ ਦੀ ਕਲਾ ਕਾਫੀ ਹੱਦ ਤੱਕ ਸਿੱਖ ਲਈ ਹੈ। ਤੇ ਜਿਹੜੇ ਕੋਈ ਜ਼ਮਾਨਾ ਸੀਗਾ, ਮੈਨੂੰ ਯਾਦ ਹੈ ਵਿਆਹਾਂ ਦੇ ਵਿੱਚ ਲੋਕ ਗਿਰਦੇ ਹੁੰਦੇ ਸੀਗੇ ਦਾਰੂ ਪੀ ਕੇ, ਔਰ ਡਿਊਟੀਆਂ ਲੱਗਦੀਆਂ ਹੁੰਦੀਆਂ ਸੀ ਵੀ ਜਿਹੜਾ ਬੰਦਾ ਗਿਰੀ ਜਾਊਗਾ ਆਹ ਟੀਮ ਹੈ, ਉਹਨਾਂ ਨੂੰ ਚੱਕ ਕੇ ਆਪਣਾ ਜਾ ਕੇ ਸਵਾਈ ਜਾਣਾ। ਤੇ ਅੱਜ ਇਹੋ ਜਿਹੀ ਕੋਈ ਲੋੜ ਨਹੀਂ ਪੈਂਦੀ। ਸਾਰੇ ਸੈਂਕੜੇ ਹਜ਼ਾਰਾਂ ਬੰਦੇ ਪੀ ਰਹੇ ਹੁੰਦੇ ਵਿਆਹਾਂ ਦੇ ਅੰਦਰ, ਲੇਕਿਨ ਕੋਈ ਗਿਰਦਾ ਗੁਰਦਾ ਨਹੀਂ ਹੈ, ਨਾ ਕੋਈ ਬਦਤਮੀਜ਼ੀ ਕਰਦਾ, ਨਾ ਕੋਈ ਲੜ ਖੜਾਉਂਦਾ, ਨਾ ਕੋਈ ਕਿਸੇ ਨੂੰ ਕਿਸੇ ਬੁਰਾ ਭਲਾ ਕਹਿੰਦਾ ਜਾਂ ਕਿਸੇ ਨਾਲ ਕੋਈ ਐਸੀ ਬਦਤਮੀਜ਼ੀ ਕਰਦਾ। ਤੋ ਇਹ ਪੰਜਾਬੀਆਂ ਦੀ ਖੂਬੀ ਬਣ ਚੁੱਕੀ ਹੈ ਆਲਰੇਡੀ। ਲੇਕਿਨ ਫਿਰ ਵੀ ਜਿਹੜੀ ਸ਼ਰਾਬ ਹੈ ਉਹਦੇ ਪ੍ਰਤੀ ਚੇਤਨ ਰਹਿਣਾ ਬਹੁਤ ਜ਼ਰੂਰੀ ਹੈ ਕਿ ਪੀਓ, ਘੱਟ ਤੋਂ ਘੱਟ ਪੀਓ। ਜੇ ਹੋ ਸਕੇ ਤਾਂ ਵਾਈਨਸ ਦਾ ਵਰਤਾਰਾ ਜਿਹੜਾ, ਹਾਲਾਂਕਿ ਵਾਈਨ ਕੱਢਣੀ ਅਲਾਉਡ ਨਹੀਂ ਹੈ, ਲੇਕਿਨ ਵਾਈਨ ਕੱਢਣ ਤੇ ਤੁਹਾਨੂੰ ਕੋਈ ਰੋਕੇਗਾ ਨਹੀਂ। ਤੁਸੀਂ ਘਰ ਵਾਸਤੇ ਕੱਢੋਗੇ ਤਾਂ ਕੱਢੋ, ਨਹੀਂ ਮਤਲਬ ਬਣਾਓਗੇ ਤਾਂ ਵਾਈਨਸ ਬਣਾਉਣੀਆਂ ਬਹੁਤ ਸੌਖੀਆਂ ਨੇ, ਤੁਸੀਂ ਸਿੱਖ ਸਕਦੇ ਹੋ ਵਾਈਨ ਬਣਾਉਣੀ ਆਪਣੇ ਘਰ 'ਚ। ਵਾਈਨਸ ਬਣਾ ਕੇ ਰੱਖ ਲਓ, ਫਰੂਟ ਵਾਈਨਸ ਬਣਦੀਆਂ ਨੇ। ਤੇ ਕਦੀ ਜਿਹੜੇ ਬੰਦਿਆਂ 'ਚ ਜਿਹੜੇ ਘਰਾਂ 'ਚ ਕਲਚਰ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਵਾਈਨ ਦਾ ਗਲਾਸ ਲੈਣਾ, ਤਾਂ ਕੋਈ ਗੱਲ ਨਹੀਂ, ਉਹਦੇ 'ਚ ਏਡਾ ਕੋਈ ਵੱਡਾ ਨੁਕਸਾਨ ਵੀ ਨਹੀਂ ਹੋਏਗਾ ਜੇ ਆਪਾਂ ਇਹੋ ਜਿਹੀ ਕਰ ਲਵਾਂਗੇ ਤਾਂ। ਉਹ ਵਾਈਨਸ ਦਾ ਕਲਚਰ ਆਪਾਂ ਜਿਹੜੀ ਹਾਰਡ ਲਿਕਰ ਹੈ ਇਹਦੀ ਬਜਾਏ ਵਾਈਨਸ ਦਾ ਕਲਚਰ ਆਪਾਂ ਬਣਾਉਂਦੇ ਆ ਤਾਂ ਕੁਝ ਲਾਭ ਹੋਣਗੇ। ਉਸ ਤੋਂ ਬਾਅਦ ਆ ਗਏ ਥੋੜੇ ਨੌਨ ਵੈਜ। ਐਨੀਮਲ ਪ੍ਰੋਟੀਨ ਜਿਹੜੇ ਨੇ ਇਹ ਪਿਛਲੇ 150 ਸਾਲ ਦਾ ਇੱਕ ਬਹੁਤ ਵੱਡਾ ਝੂਠ ਹੈ ਜਿਹੜਾ ਕਿ ਹੁਣ ਨੰਗਾ ਹੋ ਚੁੱਕਾ ਹੈ ਕਿ ਐਨੀਮਲ ਪ੍ਰੋਟੀਨਸ ਸਿਹਤ ਲਈ ਬਹੁਤ ਜ਼ਰੂਰੀ ਨੇ। ਇਹ ਮਿਥ ਬਣ ਗਿਆ ਹੋਇਆ ਔਰ ਪਿਛਲੇ 150 ਸਾਲ ਦੇ ਮੈਡੀਕਲ ਪ੍ਰੋਫੈਸ਼ਨ ਨੇ ਬਣਾਇਆ ਹੈ। ਹਾਈ ਪ੍ਰੋਟੀਨ ਡਾਈਟ ਖਾਣੀ ਬਹੁਤ ਜ਼ਰੂਰੀ ਹੈ ਜੀ ਕਹਿੰਦੇ। ਉਹ ਆ ਕੇ 150 ਸਾਲ ਚ ਮਿੱਥ ਟੁੱਟਦਾ ਬਿਲਕੁਲ ਸ਼ਟਰ ਹੋ ਗਿਆ ਕਿ ਮਨੁੱਖੀ ਸਰੀਰ ਨੂੰ ਕਿਸੇ ਐਨੀਮਲ ਪ੍ਰੋਟੀਨ ਦੀ ਕੋਈ ਜ਼ਰੂਰਤ ਨਹੀਂ ਹੈ। ਜੇ ਮਨੁੱਖੀ ਸਰੀਰ ਨੂੰ ਕੋਈ ਐਨੀਮਲ ਪ੍ਰੋਟੀਨ ਨਾ ਦਿਓ, ਮਨੁੱਖੀ ਸਰੀਰ ਨੂੰ ਕੋਈ ਘਾਟ ਨਹੀਂ ਹੁੰਦੀ। ਉਲਟਾ ਐਨੀਮਲ ਪ੍ਰੋਟੀਨ ਜਿਹੜੇ ਨੇ ਉਹ ਸਿਕਨੈਸ ਜਨਰੇਟਿੰਗ ਨੇ, ਬਿਮਾਰੀਆਂ ਪੈਦਾ ਕਰਦੇ ਆ। ਇਸ ਕਰਕੇ ਐਨੀਮਲ ਪ੍ਰੋਟੀਨ ਨੂੰ ਜਿੰਨਾ ਹੋ ਸਕੇ ਉਹਨੂੰ ਉਤੋਂ ਬਚਤ ਕਰਨੀ ਹੈ। ਮੀਟ, ਅੰਡਾ, ਮੱਛੀ, ਕਿਸੇ ਵੀ ਸ਼ਕਲ 'ਚ ਦੁੱਧ, ਕਿਸੇ ਵੀ ਸ਼ਕਲ 'ਚ ਐਨੀਮਲ ਪ੍ਰੋਟੀਨ ਦੀ ਜ਼ਰੂਰਤ ਨਹੀਂ ਹੈ। ਹਾਂ, ਹੁਣ ਫਿਰ ਤੇ ਕੰਪਰੋਮਾਈਜ਼ ਕਰਨਾ ਪਏਗਾ ਥੋੜਾ ਬਹੁਤਾ। ਬਹੁਤ ਸਾਰੇ ਲੋਕ ਜਿਹੜੇ ਨੇ ਉਹ ਨੌਨ ਵੈਜ ਨੂੰ ਆਦੀ ਨੇ। ਬੰਗਾਲੀ ਨੇ ਫਿਸ਼ ਨੂੰ ਬਹੁਤ ਜ਼ਿਆਦਾ ਆਦੀ ਹੋਣਗੇ, ਜਿਹਨੇ ਸੀ ਸ਼ੋਰ ਤੇ ਸਮੁੰਦਰਾਂ ਦੇ ਨੇੜੇ ਬਸੇ ਹੋਏ ਦੇਸ਼ ਸ਼ਹਿਰ ਨੇ, ਪਿੰਡ ਨੇ, ਮੱਛੀ ਖਾਂਦੇ ਆ, ਮੱਛੀ ਜ਼ਰੂਰ ਖਾਣਗੇ ਉਹ। ਬਸ ਉਹਦੇ 'ਚ ਕੋਈ ਫਿਰ ਅਗਲਾ ਕੋਈ ਕੰਪਰੋਮਾਈਜ਼ ਹੋ ਸਕਦਾ ਕਿ ਐਨੀਮਲ ਪ੍ਰੋਟੀਨ ਘੱਟ ਤੋਂ ਘੱਟ ਖਾਏ ਜਾਣ। ਅੱਬਲ ਤਾਂ ਨਾ ਖਾਏ ਜਾਣ। ਜੇ ਤਾਂ ਬਿਮਾਰ ਹੈ ਬੰਦਾ ਤਾਂ ਇੱਕ ਵਾਰੀ ਸਾਲ 6 ਮਹੀਨੇ ਉਹ ਛੱਡ ਦੇਵੇ, ਤੁਸੀਂ ਕਹੋਗੇ ਕਿ ਬਹੁਤ ਤੇਜ਼ੀ ਨਾਲ ਠੀਕ ਹੋ ਜਾਏਗਾ। ਉਸ ਤੋਂ ਬਾਅਦ ਆਪਾਂ ਉਹਨੂੰ ਇੱਕ ਛੁੱਟੀ ਦੇ ਸਕਦੇ ਹਾਂ ਕਿ ਤੂੰ ਹਫ਼ਤੇ 'ਚ ਇੱਕ ਦਿਨ ਆਪਣਾ ਮਨਪਸੰਦ ਨੌਨ ਵੈਜ ਖਾ ਲਿਆ ਕਰ, ਹਫ਼ਤੇ 'ਚ ਇੱਕ ਦਿਨ। ਸਿਮਿਲਰਲੀ ਦੁੱਧ ਵਾਲਿਆਂ ਨੂੰ ਆਪਾਂ ਛੁੱਟੀ ਦੇ ਸਕਦੇ ਹਾਂ ਉਹਨਾਂ ਮਰੀਜ਼ਾਂ ਨੂੰ ਛੱਡ ਕੇ ਜਿਨ੍ਹਾਂ ਮਰੀਜ਼ਾਂ ਨੂੰ ਸੀਰੀਅਸ ਬਿਮਾਰੀਆਂ ਨਹੀਂ ਹੈ। ਜੇ ਸੀਰੀਅਸ ਬਿਮਾਰ ਹੈ ਉਹਨਾਂ ਨੂੰ ਕੋਈ ਛੁੱਟੀ ਨਹੀਂ ਮਿਲ ਸਕਦੀ। ਉਹਨਾਂ ਨੂੰ ਇੱਕ ਵਾਰੀ ਦੁੱਧ ਬੰਦ ਕਰਨਾ ਚਾਹੀਦਾ, ਹਰ ਕਿਸਮ ਦਾ ਦੁੱਧ ਬੰਦ ਕਰਨਾ ਚਾਹੀਦਾ। ਉਹਦੇ 'ਚ ਖਾਸ ਕਰਕੇ ਪ੍ਰੋਟੀਨ ਦੀ ਗੱਲ ਹੈ, ਇਸ ਕਰਕੇ ਜਿਹੜਾ ਦੇਸੀ ਘੀ ਮਾੜਾ ਮੋਟਾ ਅਗਰ ਵਰਤ ਰਹੇ ਹੋ ਘਰ 'ਚ ਤਾਂ ਉਹ ਕੋਈ ਗੱਲ ਨਹੀਂ, ਕਿਉਂਕਿ ਉਹ ਸ਼ੁੱਧ ਫੈਟ ਹੈ। ਲੇਕਿਨ ਐਨੀਮਲ ਪ੍ਰੋਟੀਨ ਜਿਹੜਾ ਮਿਲਕ ਪ੍ਰੋਟੀਨ ਹੈ ਇਹਨੂੰ ਇੱਕ ਵਾਰੀ ਬੰਦ ਕਰਨਾ ਚਾਹੀਦਾ। ਜੇ ਸੀਰੀਅਸਲੀ ਕੋਈ ਸੀਰੀਅਸ ਸ਼ੂਗਰ ਜ਼ਿਆਦਾ ਹੈ, ਕੋਈ ਬੀਪੀ ਜ਼ਿਆਦਾ, ਜਾਂ ਮਲਟੀਪਲ ਬਿਮਾਰੀਆਂ ਨੇ, ਜਾਂ ਕੋਈ ਕੈਂਸਰ ਹੈ, ਜਾਂ ਆਟੋਮਿਊਨ ਡਿਸਆਰਡਰ ਖਾਸ ਕਰਕੇ ਨੇ, ਇੱਕ ਵਾਰੀ ਐਨੀਮਲ ਪ੍ਰੋਟੀਨ ਆਫ ਕਰਨੇ ਚਾਹੀਦੇ ਆ। ਜੇ ਲੋਕ ਬਿਲਕੁਲ ਸਿਹਤਮੰਦ ਹੋ ਜਾਓ ਤਾਂ ਫਿਰ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਤੂੰ ਦਹੀਂ ਵਾਲੀ ਚੀਜ਼ਾਂ ਜਿਹੜੀਆਂ ਨੇ ਉਹ ਸੀਮਤ ਮਾਤਰਾ 'ਚ ਲੈ ਲਿਆ ਕਰ। ਦੁੱਧ ਵਾਲੀ ਚੀਜ਼ਾਂ ਰਹਿਣ ਦਿਓ, ਨਾ ਪੀਓ। ਲੇਕਿਨ ਦਹੀਂ ਵਾਲੀ ਚੀਜ਼ ਅਗਰ ਉਹ ਵੀ ਤਾਂ ਜੇ ਦੁੱਧ ਦੀ ਕੁਆਲਿਟੀ
ਦਾ ਯਕੀਨ ਹੈ, ਕਿਉਂਕਿ ਅੱਜ ਹਾਲਤ ਇਹ ਬਣ ਚੁੱਕੀ ਹੈ ਕਿ ਪਿਓਰ ਦੁੱਧ ਲੱਭਣਾ ਲਗਭਗ ਸੰਭਵ ਹੈ ਮਾਰਕੀਟ 'ਚ, ਕਿਉਂਕਿ ਇੰਨੇ ਲੋਕ ਲਾਲਚੀ ਹੋ ਗਏ ਆ ਕਿ ਦੁੱਧ ਨੂੰ ਪਾਉਣ ਲੱਗਿਆ ਕਿ ਕਿਸਾਨ ਵੀ ਕੁਛ ਨਾ ਕੁਛ ਕਰ ਦਿੰਦੇ ਆ, ਅੱਗੇ ਦੁੱਧ ਹੀ ਕੁਛ ਨਾ ਕੁਛ ਕਰਦੇ ਆ, ਔਰ ਅੱਗੇ ਜਿਹੜੇ ਡੇਅਰੀਆਂ ਵਾਲੇ ਨੇ ਉਹਨਾਂ ਨੇ ਇਹੋ ਜਿਹਾ ਸ਼ੁਰੂ ਕਰ ਲਿਆ ਹੋਇਆ ਕਿ ਨਕਲੀ ਦੁੱਧ ਤੱਕ ਦੀ ਨੌਬਤ ਆਉਂਦੀ ਹੈ। ਹੁਣ ਤੁਸੀਂ ਕਹੋਗੇ ਵੇਰਕਾ ਹੈ, ਅਮੁੱਲ ਹੈ, ਵੇਰਕਾ ਅਮੁੱਲ ਕੋਈ ਦੁੱਧ ਤਾਂ ਪੈਦਾ ਨਹੀਂ ਕਰਦੇ, ਅਲਟੀਮੇਟਲੀ ਦੁੱਧ ਹੀ ਨੇ ਜਿਹੜੇ ਪਾਉਂਦੇ ਆ ਜਾਂ ਮਿਲਕ ਕਲੈਕਸ਼ਨ ਸੈਂਟਰ ਦੇ ਉੱਥੋਂ ਆਉਂਦਾ ਦੁੱਧ, ਉਹ ਕਿਸਾਨ ਤਾਂ ਨਹੀਂ ਹੈਗੇ। ਤਾਂ ਫਿਰ ਵੀ ਗੜਬੜ ਦੀ ਸੰਭਾਵਨਾ ਹੋਏਗੀ ਪੂਰੀ, ਕਿ ਜਿਹੜੀ ਉਹਦੇ 'ਚ ਕੁਛ ਨਾ ਕੁਛ ਗੜਬੜ ਹੋਏਗੀ। ਤਾਂ ਇਸ ਕਰਕੇ ਦੁੱਧ ਦਾ ਦੂਜਾ ਰਿਸਕ ਵੀ ਹੈ, ਇਹਦੇ ਅੰਦਰ ਜਿਹੜਾ ਇੰਪਿਓਰਿਟੀਜ਼ ਔਰ ਜਿਹੜਾ ਆਰਟੀਫਿਸ਼ੀਅਲ ਮਿਲਕ ਵਾਲਾ ਜਿਹੜਾ ਸੰਭਾਵਨਾ ਹੈ ਉਹ ਵੀ ਪੂਰੀ ਹੈ। ਦੁੱਧ ਇਸ ਕਰਕੇ ਅੱਜ ਦੇ, ਦੂਜੀ ਗੱਲ ਇਹ ਸਾਰੇ ਇੰਡਸਟਰੀਅਲ ਫੂਡ ਬਣ ਚੁੱਕੇ ਆ। ਅੱਜ ਦਾ ਦੁੱਧ ਨੈਚੁਰਲ ਦੁੱਧ ਨਹੀਂ ਹੈ, ਅੱਜ ਦਾ ਦੁੱਧ ਇੰਡਸਟਰੀਅਲ ਦੁੱਧ ਹੈ। ਅੱਜ ਦੀਆਂ ਫਸਲਾਂ, ਅੱਜ ਦੀ ਕਣਕ, ਅੱਜ ਦੇ ਚੌਲ ਨੈਚੁਰਲ ਕਣਕ ਚੌਲ ਨਹੀਂ ਹੈਗੇ, ਇੰਡਸਟਰੀਅਲ ਫਸਲ ਹੈ। ਖੇਤੀ ਬਹੁਤ ਸਾਰੀ ਖੇਤੀ ਜਿਹੜੀ ਇੰਡਸਟਰੀਅਲ ਹੋ ਚੁੱਕੀ ਹੈ, ਉਹਦੇ ਬੀਜ ਵੀ ਹਾਈਬ੍ਰਿਡ ਨੇ, ਉਹਦੇ ਉੱਪਰ ਕੈਮੀਕਲ ਸਪਰੇ ਵੀ ਹੈ, ਉਹਨੂੰ ਸਟੋਰ ਵੀ ਜਿਸ ਢੰਗ ਨਾਲ ਕੀਤਾ ਜਾ ਰਿਹਾ, ਉਹਨੂੰ ਪ੍ਰੋਸੈਸ ਜਿਸ ਢੰਗ ਨਾਲ ਕੀਤਾ ਜਾ ਰਿਹਾ, ਹਰ ਚੀਜ਼ ਜਿਹੜੀ ਹੈ, ਹਰ ਸਟੈਪ ਦੇ ਉੱਪਰ ਕੁਛ ਨਾ ਕੁਛ ਉਹਦੇ ਅੰਦਰ ਹਾਰਮਫੁਲ ਹੋ ਰਿਹਾ। ਇਸ ਕਰਕੇ ਇੰਡਸਟਰੀਅਲ ਫੂਡ ਜਿਹੜੇ ਨੇ ਉਹ ਇਦਾਂ ਦੇ ਖਾਸ ਕਰਕੇ ਜਿਹੜੇ ਐਨੀਮਲ ਪ੍ਰੋਟੀਨ ਨੇ, ਨਾਨ ਵੈਜ ਨੇ, ਉਹ ਨਾ ਲਓ। ਫਿਰ ਆਗੇ ਥੋੜੇ ਪ੍ਰੋਸੈਸ ਫੂਡਸ, ਜਿਹੜੇ ਪ੍ਰੋਸੈਸ ਫੂਡ ਨੇ, ਡਿੱਬਾਬੰਦ ਫੂਡ ਨੇ, ਭਾਂਤ ਭਾਂਤ ਦੀਆਂ ਪੈਕਿੰਗ 'ਚ ਲਿਪਟੇ ਹੋਏ ਫੂਡ ਨੇ, ਇਹ ਨਹੀਂ ਖਾਣੇ। ਇਹ ਬੜੇ ਆਰਾਮ ਨਾਲ ਆਪਾਂ ਮਾਈਨਸ ਕਰ ਸਕਦੇ ਹਾਂ, ਇਹਨੂੰ ਮਾਈਨਸ ਕਰ ਦੇਣਾ ਆਪਣੇ ਜ਼ਿੰਦਗੀ 'ਚੋਂ, ਔਰ ਹੌਲੀ ਹੌਲੀ ਬੱਚਿਆਂ ਨੂੰ ਟ੍ਰੇਨ ਕਰਨਾ। ਬੱਚਿਆਂ ਪ੍ਰਤੀ ਖਾਸ ਕਰਕੇ ਖਿਆਲ ਰੱਖਣਾ, ਬੱਚਿਆਂ ਦੇ ਉੱਪਰ ਠੋਸੋ ਨਾ ਕੁਛ ਵੀ। ਬੱਚਿਆਂ ਦੇ ਉੱਪਰ ਠੋਸ ਕੇ ਕੁਛ ਕਰਾਂਗੇ ਆਪਾਂ ਤਾਂ ਉਹ ਬਿਲਕੁਲ ਹੀ ਪੁੱਠਾ ਪਏਗਾ। ਬੱਚਿਆਂ ਦੇ ਮਨ 'ਚ ਇੱਕ ਐਸੀ ਕਰੇਜ਼ ਪੈਦਾ ਹੋ ਜਾਏਗੀ ਉਹਨਾਂ ਪ੍ਰਤੀ, ਇਹ ਉਲਟਾ ਹੋ ਸਕਦਾ, ਜ਼ਿਆਦਾ ਉਹਦੇ ਨਾਲ ਬੱਚੇ ਜਾਣਾ ਜੀ। ਤਾਂ ਬੱਚਿਆਂ ਨੂੰ ਹੌਲੀ ਹੌਲੀ ਪਿਆਰ ਨਾਲ, ਸਤਿਕਾਰ ਨਾਲ ਪਲੋਸ ਕੇ, ਕਨਵਿੰਸ ਕਰਕੇ, ਜਚਾ ਕੇ ਫਿਰ ਕਰੋ। ਬੱਚਿਆਂ ਦੇ ਉੱਪਰ ਕੋਈ ਨਾ ਠੋਸੋ ਵੀ ਤੂੰ ਫਲਾਣਾ ਨਹੀਂ ਖਾਣਾ, ਫਲਾਣਾ ਨਹੀਂ ਖਾਣਾ, ਫਲਾਣਾ ਨਹੀਂ ਖਾਣਾ। ਠੋਸਣ ਦੀ ਬਜਾਏ ਉਹਨੂੰ ਐਜੂਕੇਟ ਕਰੋ। ਆਪ ਸ਼ੁਰੂ ਕਰੋ, ਪਹਿਲਾਂ ਇੱਕ ਐਗਜ਼ਾਮਪਲ ਬਣੋ, ਉਹਨੂੰ ਇੰਨੇ ਟੇਸਟੀ ਬਣਾਓ। ਇੱਕ ਗੱਲ ਜੀ ਬਹੁਤ ਜ਼ਰੂਰੀ ਮੈਂ ਦੋਸਤਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਖਾਣਿਆਂ ਨੂੰ, ਜੋ ਖਾਣੇ ਅਸੀਂ ਰਿਕਮੈਂਡ ਕਰਦੇ ਹਾਂ, ਇਹਨਾਂ ਖਾਣੇ ਨੂੰ ਦਵਾਈ ਦੇ ਤੌਰ ਤੇ ਨਹੀਂ ਖਾਣਾ। ਦਵਾਈ ਦੇ ਮੁਜਬ ਖਾਵਾਂਗੇ ਤਾਂ ਧੱਕੇ ਜਿਹੇ ਨਾਲ ਖਾਵਾਂਗੇ, 4 ਦਿਨ ਖਾਵਾਂਗੇ, 10 ਦਿਨ ਖਾਵਾਂਗੇ, 20 ਦਿਨ ਖਾਵਾਂਗੇ, ਮੁੜ ਕੇ ਉੱਭ ਜਾਵਾਂਗੇ, ਥੱਕ ਜਾਵਾਂਗੇ, ਫਿਰ ਪੁੱਛਣ ਲੱਗ ਜਾਣਗੇ ਵੀ ਇਹ ਜੀ ਹੁਣ ਅਸੀਂ ਠੀਕ ਆਪਣਾ ਭੋਜਨ ਕਦੋਂ ਖਾ ਸਕਦੇ ਹਾਂ। ਤਾਂ ਉਹ ਤਾਂ ਹੀ ਸਵਾਦ ਰਹੇਗਾ ਜੇ ਉਹ ਭੋਜਨ ਸਵਾਦ ਨਹੀਂ ਬਣਦਾ। ਇਸ ਕਰਕੇ ਇਸ ਭੋਜਨ ਨੂੰ ਸਵਾਦ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੈ ਕਿ ਇਹ ਭੋਜਨ ਇੰਨਾ ਸਵਾਦ ਬਣੇ ਕਿ ਤੁਹਾਡੇ ਨਾਲ ਬੈਠਾ ਬੰਦਾ ਵੀ ਮੰਗੇ ਵੀ ਮੈਂ ਨਹੀਂ ਖਾਂਦਾ। ਹੁਣ ਤੁਹਾਨੂੰ ਜੇ ਰੋਟੀ ਬਣਾਉਣੀ ਆ ਗਈ ਮਿਲਟ ਦੀ, ਤਾਂ ਜਿਹੜਾ ਕਣਕ ਦੀ ਰੋਟੀ ਖਾ ਰਿਹਾ ਬੰਦਾ ਉਹ ਵੀ ਕਹੇਗਾ ਵੀ ਕਣਕ ਦੀ ਰੋਟੀ ਛੱਡ ਪਰੇ, ਕਣਕ ਦੀ ਰੋਟੀ ਦੇ ਮੁਕਾਬਲੇ ਕੁਝ ਵੀ ਨਹੀਂ ਹੈ, ਇੰਨੀ ਟੇਸਟੀ ਰੋਟੀ ਹੈ। ਇਸ ਕਰਕੇ ਉਹਨਾਂ ਖਾਣਿਆਂ ਨੂੰ ਸਵਾਦ ਬਣਾਉਣਾ ਬਹੁਤ ਜ਼ਰੂਰੀ ਹੈ। ਸਵਾਦ, ਕਿਉਂਕਿ ਖਾਣਾ ਉਹੀ ਹੁੰਦਾ ਜਿਹੜਾ ਖਿੱਚੇ ਬੰਦੇ ਨੂੰ, ਜਿਹੜਾ ਇਨਵਾਈਟ ਕਰੇ, ਸੱਦਾ ਦੇਵੇ ਕਿ ਮੈਨੂੰ ਖਾ। ਤੋ ਇਦਾਂ ਦੀ ਜਿਹੜੀ ਇੱਕ ਟ੍ਰੇਨਿੰਗ ਹੈ, ਕਿਉਂਕਿ ਨਵੀਂ ਗੱਲ ਹੈ, ਇਹਨੂੰ ਪੂਰੀ ਸਿੱਖਣਾ ਪੈਣਾ। ਐਡੀ ਵੀ ਕੋਈ ਬਹੁਤ ਵੱਡੀ ਨਵੀਂ ਨਹੀਂ ਹੈ, ਥੋੜਾ ਜਿਹਾ ਫਰਕ ਹੈ, ਥੋੜਾ ਜਿਹਾ ਫਰਕ ਹੈ ਬਸ। ਉਹਨਾਂ ਖਾਣੇ ਨੂੰ ਸਵਾਦ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਨੀ ਹੈ, ਔਰ ਨੇਚੁਰਲ ਢੰਗ ਨਾਲ ਕਰਨੀ ਹੈ, ਨੇਚੁਰਲ ਢੰਗ ਨਾਲ ਬਣਾਉਣੇ ਹੈ, ਨੇਚੁਰਲ ਭਾਂਡਿਆਂ 'ਚ ਬਣਾਉਣੇ ਹੈ। ਤੇ ਬਰਤਨ ਦੀ ਗੱਲ ਆਪਣੀ ਬਾਰ-ਬਾਰ ਹੋ ਗਈ ਹੈ ਕਿ ਮਿੱਟੀ ਦੇ ਭਾਂਡੇ ਬੈਸਟ ਨੇ, ਨੰਬਰ 2 ਤੇ ਗਲੀ ਕੀਤੇ ਪਿੱਤਲ ਦੇ ਭਾਂਡੇ। ਸਭ ਤੋਂ ਦੋ ਚੀਜ਼ਾਂ ਸਭ ਤੋਂ ਉੱਤਮ ਨੇ। ਬਹੁਤ ਮਜਬੂਰੀ ਹੈ ਤਾਂ ਫਿਰ ਸਟੀਲ ਦੀ ਗੱਲ ਆਪਣੀ ਪਿਛਲੀ ਵਾਰੀ ਵੀ ਹੋਈ ਸੀ ਕਿ ਸਟੀਲ ਜਿਹੜਾ ਹੈ ਉਹ ਸਟੀਲ ਨਹੀਂ ਹੈਗਾ, ਉਹ ਨਿਕਲ ਤੇ ਸਟੀਲ ਦਾ ਅਲੋਏ ਹੈ। ਤੇ ਅੱਜ ਕੱਲ੍ਹ ਜਿਹੜੇ ਅਸੀਂ ਲੇਟੈਸਟ ਟੈਸਟ ਕਰਾਏ ਉਹਦੇ ਅੰਦਰ ਨਿਕਲ ਬਹੁਤ ਜ਼ਿਆਦਾ ਆ ਰਹੀ ਹੈ, ਨਿਕਲ ਜ਼ਿਆਦਾ ਵੀ ਆ ਰਹੀ ਹੈ, ਨਿਕਲ ਦਾ ਇਹ ਪ੍ਰੂਫ ਵੀ ਆ ਰਿਹਾ ਕਿ ਨਿਕਲ ਡੈਮੇਜ ਕਰ ਰਹੀ ਹੈ ਸਾਨੂੰ। ਇਸ ਕਰਕੇ ਸਟੇਨਲੈਸ ਸਟੀਲ, ਸੋ ਕਾਲਡ ਅਖੌਤੀ ਸਟੇਨਲੈਸ ਸਟੀਲ ਨੂੰ ਵੀ ਥੋੜਾ ਹੌਲੀ ਹੌਲੀ ਆਪਾਂ ਮਾਈਨਸ ਕਰਨਾ ਸ਼ੁਰੂ ਕਰੀਏ, ਔਰ ਪੁਰਾਣੇ ਪਿੱਤਲ ਦੇ ਭਾਂਡੇ ਕਲੀ ਕੀਤੇ ਹੋਏ ਉਹ ਲੈ ਕੇ ਆਈਏ ਆਪਣੇ ਜੀਵਨ 'ਚ ਫਿਰ ਵਾਪਸ। ਉਹ ਕਲੀ ਕਰਨ ਵਾਲੇ ਬੰਦੇ ਵੀ ਹੌਲੀ ਹੌਲੀ ਪੈਦਾ ਹੋ ਜਾਣਗੇ। ਜੇ ਉਹ ਖੋਖਾ ਦਿੰਦੇ ਸੀ ਭਾਂਡੇ ਕਲੀ ਕਰਾ ਲਓ, ਤਾਂ ਉਹ ਕਿਤੇ ਨਾ ਕਿਤੇ ਫਿਰ ਉਹ ਜਿਹੜਾ ਹੈ ਉਹਨੂੰ ਲੋੜ ਹੈ ਵਾਪਸ ਲੈ ਕੇ ਆਉਣ ਦੀ। ਤੇ ਮਿੱਟੀ ਦੇ ਬਰਤਨ ਅਗਰ ਹੋ ਜਾਣ, ਤੌੜੀਆਂ, ਸਾਡੀਆਂ ਤੌੜੀਆਂ ਤੇ ਜਿਹੜੇ ਮਿੱਟੀ ਦਾ ਅੱਜ ਕੱਲ੍ਹ ਬੜੇ ਫੈਂਸੀ ਬਰਤਨ ਬਣ ਗਏ, ਗੈਸ ਫਰੈਂਡਲੀ ਵੀ ਬਣ ਗਏ, ਗੈਸ ਦੇ ਉੱਪਰ ਚੜ੍ਹ ਜਾਂਦੇ, ਉਹ ਗੈਸ ਫਰੈਂਡਲੀ ਬਣਾਏ ਵੀ ਜਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈ।
ਫਿਰ ਤੁਹਾਡਾ ਆ ਗਿਆ ਜਿਹੜਾ ਹੈ ਉਹ ਵਰਤ ਦੀ ਗੱਲ ਹੋ ਗਈ ਸੀ ਕਿ ਵਰਤ ਜਿਹੜਾ ਰਾਤ ਦੇ ਖਾਣੇ ਤੇ ਸਵੇਰ ਦੇ ਬ੍ਰੇਕਫਾਸਟ ਦੇ ਵਿਚਾਲੇ 12 ਘੰਟੇ ਤੋਂ ਵੱਧ ਦਾ ਵਕਫਾ ਦੇਣਾ, ਉਹ ਨੈਚੁਰਲ ਫਾਸਟਿੰਗ ਹੈ। ਕਿਉਂਕਿ ਅੱਜ ਦਾ ਮਨੁੱਖ ਜਿਹੜਾ ਉਹ ਲੰਬੀ ਫਾਸਟਿੰਗ ਨਹੀਂ ਕਰ ਸਕਦਾ, ਲੰਬੀ ਫਾਸਟਿੰਗ ਉਹਨੂੰ ਸੂਟ ਨਹੀਂ ਕਰਦੀ, ਕਿਉਂਕਿ ਉਹਦੀਆਂ ਡਿਊਟੀਆਂ ਇਦਾਂ ਦੀਆਂ ਨੇ, ਉਹਦੇ ਡਿਊਟੀ ਆਵਰਸ ਇਦਾਂ ਦੇ ਆ ਕਿ ਉਹਨੂੰ ਉਹ ਫਾਸਟਿੰਗ ਨਹੀਂ ਕਰ ਸਕਣੀ ਉਹਨੇ। ਬਸ ਉਹ ਫਾਸਟਿੰਗ ਉਹਨੂੰ ਨੈਚੁਰਲ ਫਾਸਟਿੰਗ ਹੋ ਜਾਏਗੀ ਕਿ ਰਾਤ ਦਾ ਖਾਣਾ ਜਲਦੀ ਖਾ ਲਓ, ਸਵੇਰ ਦਾ ਬ੍ਰੇਕਫਾਸਟ ਲੇਟ ਕਰੋ, ਤਾਂ ਉਲਟੀ ਨੈਚੁਰਲ ਫਾਸਟਿੰਗ ਹੈ 12 ਘੰਟੇ ਤੋਂ ਵੱਧ ਜਾਵੇ, 16 ਘੰਟੇ 12 ਘੰਟੇ ਤੋਂ 16 ਘੰਟੇ ਦੇ ਚਲੇ ਜਾਣ ਦੀ ਕੋਸ਼ਿਸ਼ ਕਰਨੀ ਹੈ। ਉਹ ਇੱਕ ਨੈਚੁਰਲ ਫਾਸਟਿੰਗ ਹੈ। ਉਸ ਫਾਸਟਿੰਗ ਦਾ ਸਾਇੰਟੀਫਿਕ ਲੌਜਿਕ ਕੀ ਹੈ ਕਿ ਉਸ ਟਾਈਮ ਤੇ ਬਾਡੀ ਡੀਟੌਕਸੀਫਾਈ ਕਰਦੀ ਹੈ ਆਪਣੇ ਆਪ ਨੂੰ। ਰਾਤ ਦਾ ਸਮਾਂ ਜਦੋਂ ਆਪਣੀ ਮੇਰੀ ਮੈਂ ਮਾਈਨਸ ਹੋ ਗਈ, ਦਿਨ 'ਚ ਤੁਹਾਡੀ ਮੈਂ ਜਿਹੜੇ ਵਿਚਾਲੇ ਆ ਜਾਂਦੀ ਹੈ, ਮੈਂ ਜਿਹੜੀ ਆ ਉਹ ਕੁਛ ਨਹੀਂ ਕਰਨ ਦਿੰਦੀ ਸਰੀਰ ਨੂੰ ਹੋਰ, ਉਹ ਮੈਂ ਭੰਗੜਾ ਪਾਈ ਜਾਂਦੀ ਸਾਰਾ ਦਿਨ। ਉਹ ਮੈਂ ਜਦੋਂ ਰਾਤ ਨੂੰ ਸੌ ਜਾਂਦੀ ਅਸੀਂ ਮੈਂ ਮਰ ਜਾਂਦੀ ਹੈ, ਤਾਂ ਫਿਰ ਕੁਦਰਤ ਜਿਹੜੀ ਆਪਣਾ ਕੰਮ ਕਰਦੀ ਹੈ। ਉਹਦੇ ਅੰਦਰ ਉਹ ਦੋ ਕੰਮ ਕਰਦੀ ਹੈ, ਡੀਟੌਕਸੀਫਿਕੇਸ਼ਨ ਔਰ ਰਿਪੇਅਰ ਵਰਕ। ਜਿੰਨੀ ਮੁਰੰਮਤ ਕਰਨੀ ਹੈ ਸਰੀਰ ਦੀ, ਦਿਨ 'ਚ ਜਿਹੜਾ ਜੋ ਭੰਨਤੋੜ ਹੋਈ ਹੈ ਉਹਦੀ ਮੁਰੰਮਤ ਕਰਨੀ ਹੈ, ਨਵੇਂ ਸੈੱਲ ਬਣਨੇ ਆ, ਨਵੀਂ ਗਰੀਸ ਬਣਨੀ ਹੈ, ਨਵਾਂ ਤੇਲ ਬਣਨਾ, ਨਵੇਂ ਐਂਜ਼ਾਈਮ ਬਣਨੇ ਆ, ਨਵੇਂ ਹਾਰਮੋਨ ਬਣਨੇ ਆ। ਉਹ ਕਦੋਂ ਬਣਨੇ ਆ? ਰਾਤ ਨੂੰ। ਤੋ ਰਾਤ ਦਾ ਸਮਾਂ ਜਿਹੜਾ ਹੈ ਅਗਰ ਉਹ ਫਾਸਟਿੰਗ ਹੋਏਗਾ ਤਾਂ ਸਰੀਰ ਕੋਲ ਬੋਇਲ ਹੈ, ਖੁੱਲੀ ਵੇਲ ਹੈ ਉਸ ਗੱਲ ਦੀ। ਮੰਨ ਲਓ ਤੁਸੀਂ 8 ਵਜੇ ਖਾ ਲਿਆ ਖਾਣਾ, 12 ਵਜੇ 11 ਵਜੇ ਤੱਕ ਖਾਣਾ ਹਜਮ ਹੋ ਗਿਆ, 12 ਵਜੇ ਤੋਂ ਲੈ ਕੇ ਸਵੇਰ ਦੇ 7-8 ਵਜੇ ਤੱਕ 8 ਘੰਟੇ ਜੇ ਮਿਲ ਗਏ ਕੁਦਰਤ ਨੂੰ ਤੁਹਾਡੀ ਹੀਲਿੰਗ ਦੇ, ਡੀਟੌਕਸੀਫਿਕੇਸ਼ਨ ਦੇ, ਉਹ ਵੰਡਰਫੁਲ ਪੀਰੀਅਡ ਹੈ। ਤਾਂ ਹੀ ਅਸੀਂ ਉਸੇ ਪੀਰੀਅਡ 'ਚ ਆਪਾਂ ਕਹਿੰਦੇ ਹਾਂ ਕਿ ਸਵੇਰੇ ਉੱਠ ਕੇ ਪਾਣੀ ਪੀਓ, ਪਾਣੀ ਵੀ ਅਲਕਲਾਈਨ ਪੀਓ ਜਾਂ ਪੀ ਸਕਦੇ ਤਾਂ ਨਿੰਬੂ ਪਾ ਲਓ, ਕੋਈ ਜਿਹੜਾ ਹੈ ਕਾੜਾ ਪੀ ਲਓ, ਕੋਈ ਗ੍ਰੀਨ ਜੂਸ ਪੀ ਲਓ, ਨਾਰੀਅਲ ਪਾਣੀ ਪੀ ਲਓ। तो कितने किते वो लिक्विड्स पीने हैं ਜਿਹੜੇ ਡੀਟੌਕਸੀਫਿਕੇਸ਼ਨ 'ਚ ਹੈਲਪ ਕਰਦੇ ਆ। ਤੇ ਉਸ ਤੋਂ ਬਾਅਦ ਫਲ ਖਾ ਲਓ, ਫਲ ਵੀ ਡੀਟੌਕਸੀਫਿਕੇਸ਼ਨ 'ਚ ਹੈਲਪ ਕਰਦੇ ਆ। ਤੋ ਇਹ ਸਾਰਾ ਵਰਤਾਰਾ, ਸਾਰੀ ਸੈਟਿੰਗ ਇਦਾਂ ਕੀਤੀ ਹੈ ਕਿ ਬਾਡੀ ਜਦੋਂ ਪਿਛਲੇ ਸਾਰੇ ਦਿਨ ਦਾ ਸਾਰਾ ਜਿਹੜਾ ਸੀ ਗੰਦ ਮੰਦ ਕਚਰਾ ਕੂੜਾ ਉਹ ਸਾਫ਼ ਕਰ ਦੇਵੇ ਤੇ ਅਗਲੇ ਦਿਨ ਲਈ ਤੁਹਾਨੂੰ ਐਨ ਤਰੋ ਤਾਜ਼ਾ, ਫਰੈਸ਼, ਫੁੱਲ ਆਫ ਵਿਗਰ, ਫੁੱਲ ਆਫ ਜਿਹੜੇ ਗੁੱਡ ਕੈਮੀਕਲਸ, ਪੂਰੇ ਤੁਹਾਡੀ ਬਾਡੀ ਦੇ ਅੰਦਰ ਗੁੱਡ ਕੈਮੀਕਲਸ ਹੋਣ, ਪੂਰੇ ਤੁਹਾਡੀ ਬਾਡੀ ਦੇ ਅੰਦਰ ਗੁੱਡ ਊਰਜਾ ਹੋਵੇ, ਤੇ ਉਹ ਤੁਸੀਂ ਆ ਕੇ ਅਗਲੇ 10-12 ਘੰਟੇ ਫਿਰ ਆਪਣਾ ਕੰਮ ਵਧੀਆ ਕਰ ਸਕੋ। ਇਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਉਹਦੇ 'ਚ ਫਾਸਟਿੰਗ 'ਚ ਹੈ। ਉਸ ਤੋਂ ਬਾਅਦ ਜਿਹੜੀ ਆਪਾਂ ਫਿਰ ਰੱਖਿਆ ਵੀ ਸਲਾਦ ਖਾ ਕੇ ਤੇ ਮਿਲਟਸ ਖਾਣੇ ਆ। ਮਿਲਟਸ ਦੀ ਕੁਕਿੰਗ ਜਿਹੜੀ ਹੈ ਉਹ ਬੜੀ ਇੱਕ ਕਲਾ ਹੈ। ਮਿਲਟਸ ਦੀ ਕੁਕਿੰਗ ਸਿੱਖਣੀ ਜ਼ਰੂਰੀ ਹੈ। ਉਹ ਬਹੁਤ ਸਾਰੀਆਂ ਵੀਡੀਓਜ਼ ਵੀ ਪੈ ਗਈਆਂ, ਹੁਣ ਤਾਂ ਬਹੁਤੀਆਂ ਕਲਾਸਿਸ ਵੀ ਲੱਗ ਗਈਆਂ ਨੇ। ਇਸ ਕਰਕੇ ਉਹਨੂੰ ਕੋਸ਼ਿਸ਼ ਕਰਨੀ ਹੈ ਕਿ ਇਹਦੇ 'ਚ ਮੇਲ ਫੀਮੇਲ ਦੀ ਕੋਈ ਗੱਲ ਨਹੀਂ ਹੈ। ਜਿੰਨੇ ਵੀ ਦੋਸਤ ਨੇ ਆਪਣੇ ਹੱਥ ਨਾਲ ਕੁਕਿੰਗ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਕੁਕਿੰਗ ਉਦੋਂ ਹੀ ਆਉਂਦੀ ਹੈ ਜੋ ਤੁਸੀਂ ਹੱਥ ਨਾਲ ਕਰੋਗੇ। ਜਦ ਤੱਕ ਤੁਸੀਂ ਹੱਥ ਨਾਲ ਕੁਕਿੰਗ ਨਹੀਂ ਕਰਦੇ ਤੁਹਾਨੂੰ ਕੁਕਿੰਗ ਨਹੀਂ ਆ ਸਕਦੀ। ਉਹ ਕੁਕਿੰਗ ਉਹ ਕਲਾ ਜਿਹੜੀ ਬੱਚੇ, ਬੁੱਢੇ, ਆਦਮੀ, ਔਰਤ ਸਭ ਨੂੰ ਸਿੱਖਣੀ ਚਾਹੀਦੀ ਹੈ। ਤਾਂ ਕਿ ਜੇ ਕੋਈ ਇੱਕ ਬੰਦਾ ਕਿਤੇ ਆਸੇ ਪਾਸੇ ਹੋ ਜਾਂਦਾ ਤਾਂ ਦੂਜਾ ਬੰਦਾ ਮੂੰਹ ਕਰੀ ਨਾ ਚੱਲਦਾ ਰਹੇ ਜੇ ਜਦੋਂ ਮੈਂ ਕਿੱਥੋਂ ਖਾਵਾਂ। ਤੇ ਇਸ ਕਰਕੇ ਕੁਕਿੰਗ ਬਹੁਤ ਸੌਖੀ ਹੈ ਇਹਨਾਂ ਦੀ, ਬਹੁਤ ਟਾਈਮ ਵੀ ਬਹੁਤਾ ਜ਼ਿਆਦਾ ਨਹੀਂ ਲੱਗਦਾ ਤੇ ਸਵਾਦ ਬਹੁਤ ਬਣਦੇ ਆ, ਕੋਈ ਦਿੱਕਤ ਨਹੀਂ ਹੈ, ਔਰ ਸਿਹਤਮੰਦ ਬਹੁਤ ਨੇ। ਇਸ ਕਰਕੇ ਕੁਕਿੰਗ ਸਿੱਖਣ ਦੀ ਕੋਸ਼ਿਸ਼ ਕਰਨੀ ਹੈ, ਰੈਸਪੀਜ਼ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਇਹ ਸਾਰੇ ਦਾ ਸਾਰੇ ਤੇ ਮੇਰੇ ਖਿਆਲ ਆਪਾਂ ਇੱਥੇ ਇੱਕ ਵਾਰੀ ਬੰਦ ਕਰਦੇ ਹਾਂ। ਕੁਝ ਸਵਾਲ 2-4 ਜਿਹੜੇ ਲੈਣੇ ਆ ਉਹ ਲੈ ਸਕਦੇ। ਮੈਂ ਤਾਂ ਅੱਜ ਸਵਾਲ ਵਾਲੀ ਗੱਲ ਬਹੁਤ ਹੋਈ ਨਹੀਂ। तो कुलदीप को पूछना सवाल अगर कोई